ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ 2023 ਦੇ ਵਿੱਚ ਆਉਣ ਵਾਲੇ ਸਾਰੇ ਪੰਜਾਬ ਦੇ ਪੇਪਰਾਂ ਦੇ ਲਈ ਆਪਾਂ ਨੇ ਇੱਕ ਕੰਬਾਈਨ ਜੀਕੇ ਦੀ ਸੀਰੀਜ਼ ਸ਼ੁਰੂ ਕਰੀ ਹੋਈ ਹੈ ਬਈ, ਜਿਹਨੂੰ ਆਪਾਂ ਪ੍ਰਤਾਪੀ MCQ ਸੀਰੀਜ਼ ਕਹਿੰਦੇ ਹਾਂ। ਤੇ ਅੱਜ ਉਸ ਦਾ ਹੈਗਾ ਆ 6ਵਾਂ ਲੈਕਚਰ। 5 ਕਲਾਸਾਂ ਉਹਦੀ ਆਲਰੇਡੀ ਹੋ ਚੁੱਕੀਆਂ ਨੇ। ਤੇ ਜੇ ਚੈਨਲ ਦੇ ਉੱਤੇ ਤੁਸੀਂ ਨਏ ਹੋ ਤਾਂ ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ, ਤੇ ਪਹਿਲਾਂ ਵਾਲੀ ਕਲਾਸਾਂ ਜਿਹੜੀ ਹੈਗੀਆਂ ਉਹ ਜ਼ਰੂਰ ਵਾਚ ਕਰੋ, ਠੀਕ ਹੈ। ਤੇ ਅੱਜ ਆਪਾਂ 6ਵੀਂ ਕਲਾਸ ਆਪਾਂ ਸ਼ੁਰੂ ਕਰਦੇ ਹਾਂ। ਜਿੰਨੇ ਵੀ ਪੇਪਰ ਆਣੇ ਆ ਪੰਜਾਬ ਦੇ ਸਾਰਿਆਂ ਵਾਸਤੇ ਇਹ ਜੀਕੇ ਦੇ ਬੈਸਟ ਕੁਐਸਚਨ ਹੁੰਦੇ ਆ, ਜਿਹੜੇ ਕਿ ਪ੍ਰੀਵੀਅਸ ਈਅਰ ਹੀ ਹੈ। ਆਪਾਂ ਨੇ ਆਪਣੇ ਵੱਲੋਂ ਕੋਈ ਕੁਐਸਚਨ ਕ੍ਰੀਏਟ ਨਹੀਂ ਕਰਿਆ। ਜਿਹੜੇ ਅਦਰ ਸਟੇਟਾਂ ਦੇ ਜਾਂ CGL ਸੈਂਟਰ ਦੇ ਜਿਹੜੇ ਪੇਪਰ ਹੁੰਦੇ ਆ ਉਹਦੇ 'ਚ ਕੁਐਸਚਨ ਪੁੱਛੇ ਜਾਂਦੇ ਆ, ਉਹਨੂੰ ਤੁਹਾਡੇ ਵਾਸਤੇ ਆਪਾਂ ਛਾਂਟ ਕੇ ਲਿਆਂਦੇ ਆ ਵਧੀਆ ਵਧੀਆ ਜਿਹੇ ਕੁਐਸਚਨ, ਠੀਕ ਹੈ, ਤਾਂ ਕਿ ਤੁਹਾਡੀ ਤਿਆਰੀ ਹੈ ਜਿਹੜੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਤੇ ਇਸ ਵੀਡੀਓ ਦੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਈ PDF ਬਾਰੇ। ਬਹੁਤ ਸਾਰੇ ਸਟੂਡੈਂਟ ਮੈਸੇਜ ਕਰਦੇ ਆ ਸਰ PDF ਕਿੱਥੋਂ ਮਿਲੂਗੀ, ਠੀਕ ਹੈ। ਟੈਲੀਗ੍ਰਾਮ ਚੈਨਲ ਨਾਲ ਜੁੜ ਜਾਓ, ਉੱਥੇ ਜਿਹੜੀ ਵੀਡੀਓ ਮੈਂ ਕਰਾਂਦਾ ਵੀ ਉਹਦੀ PDF ਮਿਲ ਜਾਂਦੀ ਹੈ, ਠੀਕ ਹੈ। ਇਹ ਟੈਲੀਗ੍ਰਾਮ ਚੈਨਲ ਹੈ ਪ੍ਰਤਾਪ ਅਕੈਡਮੀ ਦੇ ਨਾਂ ਤੋਂ। ਟੈਲੀਗ੍ਰਾਮ ਤੇ ਜਾ ਕੇ ਸਰਚ ਵੀ ਕਰ ਸਕਦੇ ਹੋ, ਤੇ ਡਿਸਕ੍ਰਿਪਸ਼ਨ 'ਚ ਜਾ ਕੇ ਲਿੰਕ ਵੀ ਹੈ, ਉੱਥੋਂ ਡਾਊਨਲੋਡ ਵੀ ਕਰ ਸਕਦੇ ਹੋ। ਮਤਲਬ ਉੱਥੋਂ ਟੈਲੀਗ੍ਰਾਮ ਚੈਨਲ ਤੇ ਜਾ ਸਕਦੇ ਹੋ। ਸਭ ਤੋਂ ਮੇਨ ਗੱਲ ਵੀ ਮੈਂ ਕਰਾਣੇ ਆ ਇਸ ਸੀਰੀਜ਼ ਦੇ ਤੁਹਾਨੂੰ ਪਹਿਲਾਂ 31 ਸੈੱਟ। ਕਿੰਨੇ ਸੈੱਟ ਕਰਾਣੇ ਆ? 31 ਸੈੱਟ, ਕਿਉਂਕਿ ਇਹਨਾਂ ਦਾ ਇਹ ਕੁਐਸਚਨ ਮੈਂ ਰੈਡੀ ਕਰੇ ਹੋਏ ਆ ਤੁਹਾਡੇ ਵਾਸਤੇ। 31 ਸੈੱਟ ਬੈਠਦੇ ਆ, ਠੀਕ ਹੈ, ਲਗਭਗ 31 ਹਾਂ 31 ਸੈੱਟ ਬੈਠਦੇ ਆ। ਤੇ ਐਪ ਦੇ ਉੱਤੇ ਜਿਹੜੀ ਆਪਣੀ ਐਪ ਹੈਗੀ ਆ ਬਈ, ਧਿਆਨ ਨਾਲ ਸੁਣ ਲਓ ਸਾਰੇ। ਇਹ ਆਪਣੀ ਐਪ ਹੈਗੀ ਆ ਪਲੇ ਸਟੋਰ ਦੇ ਉੱਤੇ, ਪ੍ਰਤਾਪ ਅਕੈਡਮੀ ਐਗਜ਼ਾਮ ਕੀ ਕਲਾਸਿਸ ਦੇ ਨਾਂ ਤੋਂ ਇਹ ਪਲੇ ਸਟੋਰ ਦੇ ਉੱਤੇ ਹੈ। ਤੇ ਜਿਹੜੇ ਆਈਫੋਨ ਵਾਲੇ ਹੈਗੇ ਆ ਬਈ, ਉਹਨਾਂ ਵਾਸਤੇ ਮਾਈ ਇੰਸਟੀਚਿਊਟ ਐਪ ਹੈ। ਕਿਹੜੀ ਐਪ ਹੈ? ਮਾਈ ਇੰਸਟੀਚਿਊਟ ਐਪ ਹੈ। ਉੱਥੇ ਇਹ ਐਪ ਮਿਲ ਜੂਗੀ ਤੁਹਾਨੂੰ, ਠੀਕ ਹੈ। 31 ਦੇ 31 ਸੈੱਟਾਂ ਦੀ PDF ਐਪ ਦੇ ਉੱਤੇ ਪਹਿਲਾਂ ਹੀ ਮੈਂ ਦਈ ਹੋਈ ਹੈ, ਠੀਕ ਹੈ ਨਾ। ਜਿਹੜੇ ਸਟੂਡੈਂਟ ਮੈਸੇਜ ਕਰ ਰਹੇ ਕਿ ਇਸ ਐਪ ਵਾਲੇ ਕਿ ਸਰ ਪਹੁੰਚੀ ਨਹੀਂ ਹਲੇ ਤੱਕ, ਉਹ ਜਾ ਕੇ ਇੱਕ ਵਾਰ ਆਪਣਾ ਅਨਾਉਂਸਮੈਂਟ, ਆਪਣਾ ਜਿਹੜਾ ਵੀ ਕੋਰਸ ਉਹਨਾਂ ਨੇ ਪਰਚੇਸ ਕਰਿਆ ਹੋਇਆ, ਜਿਹੜੇ ਵੀ ਕੋਰਸ ਨਾਲ ਉਹ ਜੁੜੇ ਹੋਏ ਆ, ਕੋਈ ਵੀ ਕੋਰਸ ਉਹਨਾਂ ਦਾ ਹੋਵੇ, ਠੀਕ ਹੈ, ਅਨਾਉਂਸਮੈਂਟ ਤੇ ਜਾ ਕੇ ਚੈੱਕ ਕਰ ਲੈਣ। 31 ਦੇ 31 ਦੀ PDF ਮੈਂ ਉੱਥੇ ਅਪਲੋਡ ਕਰੀ ਹੋਈ ਹੈ ਪਹਿਲਾਂ ਹੀ। ਹਲੇ ਆਪਾਂ YouTube ਦੇ ਉੱਤੇ 6ਵੀਂ ਵੀਡੀਓ ਤੇ ਪਹੁੰਚੇ ਆ, ਬਟ ਮੈਂ 31 ਦੇ 31 ਜਿਹੜੇ ਕਰਾਣੇ ਆ ਉਹ ਪਹਿਲਾਂ ਹੀ ਤੁਹਾਨੂੰ ਪਹੁੰਚਾਤੇ। ਅਨਾਉਂਸਮੈਂਟ 'ਚ ਜਾ ਕੇ ਦੇਖ ਲਿਓ, ਠੀਕ ਹੈ। ਤੇ ਬਾਕੀ ਜਿਹੜੇ ਵੀ ਸਟੂਡੈਂਟ ਹੈਗੇ ਆ ਉਹ ਐਪ ਡਾਊਨਲੋਡ ਕਰ ਲੈਣ। 1-2 ਦਿਨ ਦੇ ਵਿੱਚ ਫ੍ਰੀ ਸਟੱਡੀ ਮਟੀਰੀਅਲ ਦੇ ਵਿੱਚ ਮੈਂ ਇਹ ਅਪਲੋਡ ਕਰਾ ਦੂੰਗਾ, ਇੱਥੋਂ ਡਾਊਨਲੋਡ ਕਰ ਲੈਣਗੇ ਸਾਰੇ ਸਟੂਡੈਂਟ, ਠੀਕ ਹੈ। ਤੇ ਨਾਲ ਫਿਰ ਜਦੋਂ ਵੀ ਕਲਾਸ ਆਇਆ ਕਰੂਗੀ ਉਹ ਆਪਣੀ PDF ਨੂੰ ਓਪਨ ਕਰ ਲੈਣ ਕਰਨ, ਜਾਂ ਫਿਰ ਪ੍ਰਿੰਟ ਆਊਟ ਉਹਦਾ ਕਢਾ ਲੈਣ, ਉਹਦੇ ਤੇ ਹੀ ਜੋ ਵੀ ਐਕਸਟਰਾ ਇਨਫੋਰਮੇਸ਼ਨ ਹੁੰਦੀ ਹੈ ਉਹ ਨੋਟ ਕਰ ਲੈਣ, ਠੀਕ ਹੈ। ਐਪ ਜ਼ਰੂਰ ਡਾਊਨਲੋਡ ਕਰ ਲਿਓ, ਉੱਥੇ ਮਿਲ ਜੂਗਾ ਸਾਰਾ ਕੁਝ। ਇਸ ਤੋਂ ਇਲਾਵਾ ਕੋਈ ਕੁਐਰੀ ਕੋਈ ਡਾਊਟ ਹੈ ਮੈਸੇਜ ਕਰ ਦਿਓ ਇੱਥੇ, ਜਾਂ ਫਿਰ ਇਹ ਅਕੈਡਮੀ ਦੇ ਨੰਬਰ ਹੈਗੇ ਆ, ਇਹਨਾਂ ਨਾਲ ਕੰਟੈਕਟ ਕਰ ਲਿਓ, ਠੀਕ ਹੈ। ਹੁਣ ਆਪਾਂ ਚੱਲਦੇ ਹਾਂ ਬਈ। ਓਕੇ, ਪਹਿਲੇ ਕੁਐਸਚਨ ਨੂੰ ਦੇਖੋ। ਇੰਨਾ ਮੈਂ ਦੇਖਦਾ ਕਿ ਵੀਡੀਓ ਥੋੜੀ ਜਿਹੀ ਧੁੰਦਲੀ ਮੈਨੂੰ ਸ਼ੋ ਹੋ ਰਹੀ ਹੈ, ਚੱਕਰ ਕੀ ਹੈ? ਕੈਮਰੇ ਦੇ ਉੱਤੇ ਮੋਇਸਚਰ ਆਇਆ ਹੋਇਆ ਹੈ, ਵਿਜ਼ੀਬਲ ਤਾਂ ਹੈਗਾ ਨਾ? ਵਿਜ਼ੀਬਲ ਹੈ, ਕੋਈ ਚੱਕਰ ਨਹੀਂ, ਠੀਕ ਹੈ। ਤੇ ਥੋੜੀ ਦੇਰ 'ਚ ਇਹ ਕਲੀਅਰ ਹੋ ਜਾਊਗਾ। ਸਰਦੀਆਂ ਆ ਗਈ ਨਾ ਤਾਂ ਕਰਕੇ ਹੈ। ਚਲੋ, ਪਹਿਲਾ ਕੁਐਸਚਨ ਹੈ ਜੀ ਆਪਣਾ, ਹਿੰਦੂ ਉੱਤਰਾਧਿਕਾਰੀ ਐਕਟ 1956। ਪਹਿਲੀ ਗੱਲ ਤਾਂ ਇਹ ਯਾਦ ਰੱਖਣ ਵਾਲੀ ਹੋ ਜਾਂਦੀ ਹੈ ਕਿ ਹਿੰਦੂ ਉੱਤਰਾਧਿਕਾਰੀ ਐਕਟ ਕਦੋਂ ਆਇਆ ਸੀ? 1956। ਇਹਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਸ ਦੇ ਕੋਲ ਬਿਨਾਂ ਵਸੀਅਤਨਾਮੇ ਤੋਂ ਮਰਨ ਵਾਲੀ ਔਰਤ ਦੀ ਜਾਇਦਾਦ ਤੇ ਪਹਿਲਾ ਹੱਕ ਹੁੰਦਾ ਹੈ? ਠੀਕ ਹੈ ਜੀ, ਕਿਸੇ ਔਰਤ ਦੀ ਡੈਥ ਹੋ ਗਈ ਹੈ, ਉਹਨੇ ਕੋਈ ਵਸੀਅਤਨਾਮਾ ਤਿਆਰ ਨਹੀਂ ਕਰਿਆ ਸੀਗਾ, ਤਾਂ ਉਸ ਦੀ ਜਾਇਦਾਦ, ਜਿਹੜੀ ਵੀ ਜਾਇਦਾਦ ਉਹਦੇ ਨਾਂ ਤੇ ਹੈਗੀ ਹੈ, ਉਸ ਦੇ ਉੱਤੇ ਪਹਿਲਾ ਹੱਕ ਕਿਹਦਾ ਹੈ? ਤਾਂ ਇਹ ਹੁੰਦਾ ਹੈ ਬਈ ਉਹਦੇ ਪਤੀ ਦਾ। ਯਾਦ ਰੱਖਣਾ ਹੈ, ਠੀਕ ਹੈ। ਪਹਿਲਾ ਹੱਕ ਕਿਹਦਾ? ਉਹਦੇ ਪਤੀ ਦਾ ਹੈਗਾ ਆ। ਓਕੇ ਜੀ, ਠੀਕ ਹੈ। ਇਹ ਸੀਗਾ ਆਪਣਾ ਪਹਿਲਾ ਕੁਐਸਚਨ। ਹੁਣ ਆ ਜਾਓ ਦੂਜੇ ਕੁਐਸਚਨ ਦੇ ਉੱਤੇ। ਸੰਵਿਧਾਨ ਸਭਾ ਦੇ ਹਵਾਲੇ ਨਾਲ, ਮਤਲਬ ਸੰਵਿਧਾਨ ਸਭਾ ਦੇ ਰਿਲੇਟਡ ਇਹ 4 ਕਥਨ ਤੁਹਾਨੂੰ ਦੇ ਹੋਏ ਆ। ਇਹਨਾਂ ਵਿੱਚੋਂ ਕਿਹੜਾ ਕਿਹੜਾ ਕਥਨ ਸਹੀ ਹੈ, ਜਾਂ ਕਿਹੜਾ ਕਥਨ ਸਹੀ ਹੈ? ਇੱਕ ਕਥਨ ਦੀ ਗੱਲ ਹੋ ਰਹੀ ਹੈ, ਕਿਹੜਾ ਕਥਨ ਸਹੀ ਹੈ ਉਹ ਦੱਸਣਾ ਬਈ। ਇਹ 4 ਕਥਨ ਹੈ, ਤੁਸੀਂ ਧਿਆਨ ਨਾਲ ਪੜੋ ਇਹਨਾਂ ਨੂੰ। ਪਹਿਲਾ ਕਥਨ ਕੀ ਕਹਿੰਦਾ? ਦ ਕਨਸਟੀਟਿਊਐਂਟ ਅਸੈਂਬਲੀ ਰੈਟੀਫਾਈਡ ਇੰਡੀਆਜ਼ ਮੈਂਬਰਸ਼ਿਪ ਆਫ ਕਾਮਨਵੈਲਥ ਇਨ ਮਈ 1947। ਕਿ ਇੰਡੀਆ ਦੀ ਸੰਵਿਧਾਨ ਸਭਾ ਨੇ ਇੰਡੀਆ ਦੀ ਕਾਮਨਵੈਲਥ ਦੇ ਵਿੱਚ ਮੈਂਬਰਸ਼ਿਪ ਨੂੰ ਕਦੋਂ ਰੈਟੀਫਾਈ ਕੀਤਾ, ਕਦੋਂ ਸਵੀਕਾਰਿਆ? ਮਈ 1947? ਨਹੀਂ, ਇਹ ਮਈ 1949 ਦੀ ਗੱਲ ਹੈ, ਠੀਕ ਹੈ। ਯਾਨੀ ਇਹ ਸਟੇਟਮੈਂਟ ਕੀ ਹੋਗੀ? ਰੋਂਗ ਹੋਗੀ। ਦੀ ਕਨਸਟੀਟਿਊਐਂਟ ਅਸੈਂਬਲੀ ਅਡਾਪਟਡ ਦੀ ਨੈਸ਼ਨਲ ਐਂਥਮ ਇਨ ਜਨਵਰੀ 1950। ਸੰਵਿਧਾਨ ਸਭਾ ਨੇ ਆਪਣਾ ਜਿਹੜਾ ਨੈਸ਼ਨਲ ਐਂਥਮ ਹੈ, ਠੀਕ ਹੈ ਜੀ, ਉਹਨੂੰ, ਨੈਸ਼ਨਲ ਐਂਥਮ ਕਿਹੜਾ ਆਪਣਾ? ਜਨ ਗਣ ਮਨ, ਉਹਨੂੰ ਜਨਵਰੀ
1950 ਦੇ ਵਿੱਚ ਅਪਣਾਇਆ। ਬਿਲਕੁਲ ਸਹੀ ਗੱਲ ਹੈ। ਇਹ ਡੇਟ ਹੈਗੀ ਹੈ ਵੀ 24 ਜਨਵਰੀ ਦੀ। 24 ਜਨਵਰੀ 1950 ਨੂੰ ਅਪਣਾਇਆ ਸੀ, ਯਾਨੀ ਇਹ ਸਟੇਟਮੈਂਟ ਜਿਹੜੀ ਹੈਗੀ ਹੈ ਸਹੀ ਹੈ। ਰਾਈਟ ਆਨਸਰ ਇਹਦਾ ਬੀ ਹੋ ਗਿਆ। ਅੱਗੇ ਵਾਲੀ ਸਟੇਟਮੈਂਟਾਂ ਵੀ ਦੇਖਾਂਗੇ ਉਹਨਾਂ 'ਚ ਕੀ ਮਿਸਟੇਕ ਹੈ। ਦੀ ਕਨਸਟੀਟਿਊਐਂਟ ਅਸੈਂਬਲੀ ਅਡਾਪਟਡ ਦਾ ਨੈਸ਼ਨਲ ਸੌਂਗ। ਨੈਸ਼ਨਲ ਸੌਂਗ ਕਿਹੜਾ ਆਪਣਾ? ਵੰਦੇ ਮਾਤਰਮ। ਠੀਕ ਹੈ, ਜਿਹੜਾ ਬੰਕਿਮ ਚੰਦਰ ਚੈਟਰਜੀ ਨੇ ਆਪਣੀ ਨੋਵਲ ਆਨੰਦ ਮਠ ਦੇ ਵਿੱਚ ਲਿਖਿਆ ਹੋਇਆ, ਤੁਹਾਨੂੰ ਆਲਰੇਡੀ ਪਤਾ ਹੈ, ਬੱਚਿਆਂ ਦਾ ਕੁਐਸਚਨ ਹੈ। ਉਹਨੂੰ ਕਦੋਂ ਅਪਣਾਇਆ? ਜਨਵਰੀ 1948। ਜੀ ਨਹੀਂ, ਇਹ ਵੀ ਸੇਮ ਡੇਟ ਹੈ, 24 ਜਨਵਰੀ 1950 ਨੂੰ ਅਪਣਾਇਆ ਗਿਆ ਸੀ। ਨੈਸ਼ਨਲ ਐਂਥਮ ਵੀ ਤੇ ਨੈਸ਼ਨਲ ਸੌਂਗ ਵੀ ਦੋਨੇ ਦੇ ਦੋਨੇ 24 ਜਨਵਰੀ 1950 ਜਦੋਂ ਸੀਗੀ ਸੰਵਿਧਾਨ ਸਭਾ ਦੀ ਲਾਸਟ ਮੀਟਿੰਗ, ਆਖਰੀ ਮੀਟਿੰਗ, ਉਦੋਂ ਅਪਣਾਏ ਗਏ ਸੀ। ਦੀ ਕਨਸਟੀਟਿਊਐਂਟ ਅਸੈਂਬਲੀ ਅਡਾਪਟਡ ਦਾ ਨੈਸ਼ਨਲ ਫਲੈਗ। ਜਿਹੜਾ ਆਪਣਾ ਨੈਸ਼ਨਲ ਫਲੈਗ ਹੈ, ਝੰਡਾ ਆਪਣਾ ਤਿਰੰਗਾ ਹੈ, ਉਹਨੂੰ ਜੁਲਾਈ 1949 ਦੇ ਵਿੱਚ ਅਪਣਾਇਆ। ਨਹੀਂ ਜੀ, ਇਹ ਸਟੇਟਮੈਂਟ ਗਲਤ ਹੈ। ਇਹ 22 ਜੁਲਾਈ 1947 ਦੀ ਗੱਲ ਹੈ। 22 ਜੁਲਾਈ 1947 ਨੂੰ ਅਪਣਾਇਆ ਸੀਗਾ ਆਪਣਾ ਪਿਆਰਾ ਤਿਰੰਗਾ। ਕਿਨੇ? ਸੰਵਿਧਾਨ ਸਭਾ ਨੇ। ਠੀਕ ਹੈ, 22 ਜੁਲਾਈ 1947 ਨੂੰ। ਤਿਰੰਗਾ ਕਿਨੇ ਡਿਜ਼ਾਈਨ ਕਰਿਆ ਸੀ ਬਈ? ਤਿਰੰਗਾ ਡਿਜ਼ਾਈਨ ਕਰਿਆ ਸੀ ਪਿੰਗਾਲੀ ਵੈਂਕਈਆ ਨੇ। ਕਿਨੇ ਡਿਜ਼ਾਈਨ ਕਰਿਆ ਸੀਗਾ? ਪਿੰਗਾਲੀ ਵੈਂਕਈਆ ਨੇ। ਠੀਕ ਹੈ, ਇਹ ਕੁਝ ਪੁਆਇੰਟ ਸੀਗੇ ਜਿਹੜੇ ਆਪਾਂ ਨੇ ਯਾਦ ਰੱਖਣੇ ਆ। ਨੈਕਸਟ ਆ ਜਾਓ। ਹੇਠਾਂ ਦਿੱਤੇ ਸਾਲਾਂ ਜਾਂ ਮਿਆਦ ਵਿੱਚ ਪ੍ਰਤੀ 1000 ਜੀਵਤ ਜਨਮਾਂ ਵਿੱਚ, ਠੀਕ ਹੈ, 1000 ਜੀਵਤ ਜਨਮਾਂ ਵਿੱਚ ਜੀਵਨ ਦੇ ਪਹਿਲੇ 28 ਦਿਨਾਂ ਦੌਰਾਨ ਮੌਤ ਦੀ ਸੰਖਿਆ ਨੂੰ ਡੈਸ਼ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਓਕੇ, ਕੁਐਸਚਨ ਦਾ ਮਤਲਬ ਇਹ ਹੈ ਬਈ ਜਿਹੜੀ ਨਵਜਾਤ ਬੱਚਿਆਂ ਦਾ ਜਨਮ ਹੁੰਦਾ, ਮਤਲਬ ਬੱਚਿਆਂ ਦਾ ਜਨਮ ਹੁੰਦਾ ਜਦੋਂ, ਠੀਕ ਹੈ, ਜਿਹੜੇ ਨਵਜਾਤ ਬੱਚੇ ਹੁੰਦੇ ਆ 1000 ਜੀਵਤ ਬੱਚਿਆਂ ਦੇ ਪਿੱਛੇ ਕਿੰਨੇ ਬੱਚਿਆਂ ਦੀ ਡੈਥ ਹੋ ਜਾਂਦੀ ਹੈ ਪਹਿਲੇ 28 ਦਿਨਾਂ ਦੇ ਵਿੱਚ? ਠੀਕ ਹੈ, ਜਿੰਨੇ ਵੀ ਬੱਚਿਆਂ ਦੀ ਡੈਥ ਹੋ ਜਾਂਦੀ ਹੈ XYZ ਜਿੰਨੇ ਵੀ ਹੈ, ਹਨਾ, ਉਸ ਦੀ ਰੇਸ਼ੋ ਨੂੰ ਹੀ ਕੀ ਕਿਹਾ ਜਾਂਦਾ ਹੈ? ਉਸ ਦੀ ਰੇਸ਼ੋ ਨੂੰ ਕਿਹਾ ਜਾਂਦਾ ਹੈ ਨਿਓਨੈਟਲ ਮੋਰਟੈਲਿਟੀ ਰੇਟ। ਯਾਦ ਰੱਖਣਾ ਹੈ, ਨਿਓਨੈਟਲ ਮੋਰਟੈਲਿਟੀ ਰੇਟ। ਜੇ 1 ਮਹੀਨੇ ਦੇ ਅੰਦਰ ਅੰਦਰ ਡੈਥ ਹੋ ਜਾਂਦੀ ਹੈ, ਉਹ ਡੈਥ ਤੇ 1000 ਜੀਵਤ ਬੱਚਿਆਂ ਦੀ ਰੇਸ਼ੋ, 1000 ਜੀਵਤ ਬੱਚਿਆਂ ਪਿੱਛੇ ਕਿੰਨੇ ਬੱਚਿਆਂ ਦੀ ਡੈਥ ਹੈ ਜਿਹੜੀ 28 ਦਿਨਾਂ ਦੇ ਅੰਦਰ ਅੰਦਰ ਹੋ ਜਾਂਦੀ ਹੈ, ਉਸ ਮੋਰਟੈਲਿਟੀ ਰੇਟ ਨੂੰ ਕਿਹਾ ਜਾਂਦਾ ਹੈ ਨਿਓਨੈਟਲ ਮੋਰਟੈਲਿਟੀ ਰੇਟ। ਠੀਕ ਹੈ, ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਧੁੰਦਲਾ ਹੋ ਗਿਆ। ਚਲੋ ਦੇਖਦੇ ਹਾਂ। ਓਕੇ ਬਈ, ਇਹ ਕੁਐਸਚਨ ਹੋ ਗਿਆ। ਚਲੋ ਅੱਗੇ। ਪਾਣੀ ਦੀ ਫਲੋਰਾਈਡੇਸ਼ਨ। ਪਾਣੀ ਦੀ ਫਲੋਰਾਈਡੇਸ਼ਨ ਦੀ ਗੱਲ ਹੋ ਰਹੀ ਹੈ। ਪਾਣੀ ਦੀ ਫਲੋਰਾਈਡੇਸ਼ਨ ਕੀ ਹੁੰਦਾ ਹੈ? ਚਲੋ ਦੇਖਾਂਗੇ ਇਹ ਵੀ। ਜੋ ਕਿ ਜਨਤਕ ਪਾਣੀ ਦੀ ਸਪਲਾਈ ਵਿੱਚ ਫਲੋਰਾਈਡ ਦਾ ਨਿਯੰਤਰਿਤ ਸਮਾਯੋਜਨ ਹੈ। ਕਿਉਂ ਕੀਤਾ ਜਾਂਦਾ ਹੈ? ਦੇਖੋ, ਜਿਹੜੇ ਜਨਤਕ ਪਾਣੀ ਦੀ ਸਪਲਾਈ ਹੈ, ਯਾਨੀ ਆਮ ਜਿਹੜੇ ਘਰਾਂ ਦੇ ਵਿੱਚ ਆਪਣਾ ਡਰਿੰਕਿੰਗ ਵਾਟਰ ਆਉਂਦਾ ਹੈ, ਉਹਦੇ ਵਿੱਚ ਫਲੋਰਾਈਡ ਨੂੰ ਮਿਲਾਇਆ ਜਾਂਦਾ ਹੈ। ਮਿਲਾਇਆ ਨਹੀਂ, ਮਿਲਾਇਆ ਜਾਂਦਾ ਹੈ। ਕਿਹਨੂੰ ਮਿਲਾਇਆ ਜਾਂਦਾ ਹੈ? ਫਲੋਰਾਈਡ ਨੂੰ। ਠੀਕ ਹੈ, ਕਿਉਂ ਮਿਲਾਇਆ ਜਾਂਦਾ ਹੈ ਉਹੀ ਪੁੱਛਿਆ ਗਿਆ। ਤੇ ਇਸ ਮਿਲਾਣ ਦੀ ਤਕਨੀਕ ਨੂੰ ਹੀ ਫਲੋਰਾਈਡੇਸ਼ਨ ਕਿਹਾ ਜਾਂਦਾ ਹੈ। ਪਹਿਲਾਂ ਤਾਂ ਇਹ ਯਾਦ ਰੱਖ ਲਿਓ। ਪਾਣੀ ਦਾ ਫਲੋਰਾਈਡੇਸ਼ਨ ਕੀ ਹੁੰਦਾ ਹੈ? ਪਾਣੀ ਦਾ ਫਲੋਰਾਈਡੇਸ਼ਨ ਹੁੰਦਾ ਹੈ ਪੀਣ ਵਾਲੇ ਪਾਣੀ ਦੇ ਵਿੱਚ ਫਲੋਰਾਈਡ ਨੂੰ ਕੁਝ ਮਾਤਰਾ ਦੇ ਵਿੱਚ ਮਿਲਾ ਦੇਣਾ। ਕਿਉਂ ਮਿਲਾਉਂਦੇ ਆ? ਕਿਉਂਕਿ ਉਹ ਜ਼ਰੂਰੀ ਹੁੰਦਾ ਹੈ, ਉਹਦੇ ਨਾਲ ਆਪਣੇ ਦੰਦ ਜਿਹੜੇ ਹੈਗੇ ਆ ਸੜਨ ਤੋਂ ਬਚੇ ਰਹਿੰਦੇ ਆ। ਠੀਕ ਹੈ, ਤਾਂ ਇਹਦਾ ਫਿਰ ਰਾਈਟ ਆਨਸਰ ਹੋ ਜਾਊਗਾ ਏ, ਟੂ ਪ੍ਰੀਵੈਂਟ ਟੂਥ ਡੀਕੇ। ਦੰਦਾਂ ਨੂੰ ਸੜਨ ਤੋਂ ਬਚਾਉਂਦਾ ਹੈ। ਓਕੇ, ਯਾਦ ਰੱਖਣਾ ਪਾਣੀ ਦੇ ਵਿੱਚ ਫਲੋਰਾਈਡ, ਡਰਿੰਕਿੰਗ ਵਾਟਰ ਦੇ ਵਿੱਚ ਫਲੋਰਾਈਡ ਦੀ ਮਾਤਰਾ ਦਾ ਹੋਣਾ ਜ਼ਰੂਰੀ ਹੁੰਦਾ ਹੈ। ਜੇ ਨਹੀਂ ਹੁੰਦਾ ਕਿਸੇ ਇਲਾਕੇ ਦੇ ਵਿੱਚ ਤਾਂ ਉੱਥੇ ਡਰਿੰਕਿੰਗ ਵਾਟਰ ਦੀ ਸਪਲਾਈ ਦੇ ਵਿੱਚ ਉਹ ਐਡ ਕਰੀ ਜਾਂਦੀ ਹੈ, ਮਿਲਾਈ ਜਾਂਦੀ ਹੈ, ਉਸੇ ਨੂੰ ਆਪਾਂ ਫਲੋਰਾਈਡੇਸ਼ਨ ਬੋਲਦੇ ਹਾਂ। ਦੰਦਾਂ ਦੀ ਜਿਹੜੀ ਸਭ ਤੋਂ ਬਾਹਰ ਵਾਲੀ ਪਰਤ ਹੁੰਦੀ ਹੈ, ਮੰਨ ਲਓ ਕੋਈ ਦੰਦ ਹੋ ਗਿਆ, ਸਭ ਤੋਂ ਬਾਹਰ ਵਾਲੀ ਜਿਹੜੀ ਪਰਤ ਹੁੰਦੀ ਹੈ 4 ਚੁਫੇਰੇ, ਠੀਕ ਹੈ, ਉਹਨੂੰ ਆਪਾਂ ਐਨਾਮਲ ਬੋਲਦੇ ਹਾਂ। ਕੀ ਬੋਲਦੇ ਹਾਂ? ਐਨਾਮਲ। ਐਨਾਮਲ ਬੋਲਦੇ ਆ ਬਈ, ਯਾਦ ਰੱਖਣਾ ਹੈ। ਦੰਦਾਂ ਦੇ ਬਾਹਰ ਦੀ ਲੇਅਰ ਨੂੰ, ਆਊਟਰ ਲੇਅਰ ਨੂੰ ਕੀ ਬੋਲਿਆ ਜਾਂਦਾ ਹੈ? ਐਨਾਮਲ ਬੋਲਿਆ ਜਾਂਦਾ ਹੈ, ਜਿਹੜਾ ਕਿ ਆਪਣੇ ਸਰੀਰ ਦੇ ਵਿੱਚ ਸਭ ਤੋਂ ਕਠੋਰ ਚੀਜ਼ ਹੈ, ਹਾਰਡੈਸਟ, ਸਭ ਤੋਂ ਕਠੋਰ ਹੈ। ਆਪਣੇ ਸਰੀਰ ਦੇ ਵਿੱਚ ਸਭ ਤੋਂ ਕਠੋਰ ਚੀਜ਼, ਹਾਰਡੈਸਟ ਮਟੀਰੀਅਲ ਜਾਂ ਹਾਰਡੈਸਟ ਚੀਜ਼ ਕੀ ਹੈ? ਐਨਾਮਲ ਹੈ। ਯਾਦ ਰੱਖਣਾ ਹੈ ਬਈ। ਤੇ ਇਹ ਕਾਦੀ ਬਣੀ ਹੁੰਦੀ ਹੈ ਜੇ ਇੰਨੀ ਹਾਰਡ ਹੈ? ਇਹ ਬਣੀ ਹੁੰਦੀ ਹੈ ਕੈਲਸ਼ੀਅਮ ਫੋਸਫੇਟ ਦੀ। ਕੈਲਸ਼ੀਅਮ ਫੋਸਫੇਟ, ਯਾਦ ਰੱਖਣਾ ਹੈ, ਪੁੱਛਿਆ ਜਾਂਦਾ ਹੈ। ਕੈਲਸ਼ੀਅਮ ਫੋਸਫੇਟ ਦੀ ਬਣੀ ਹੁੰਦੀ ਹੈ। ਕੈਲਸ਼ੀਅਮ ਫੋਸਫੇਟ ਦੀ ਬਣੀ ਹੁੰਦੀ ਹੈ ਜਿਹੜੀ ਆਪਣੀ ਐਨਾਮਲ ਹੈ। ਦੰਦਾਂ ਦੇ ਬਾਹਰ ਦੀ ਆਊਟਰ ਲੇਅਰ ਨੂੰ ਐਨਾਮਲ ਕਿਹਾ ਜਾਂਦਾ ਹੈ। ਸਭ ਤੋਂ ਹਾਰਡੈਸਟ ਚੀਜ਼ ਹੁੰਦੀ ਹੈ ਆਪਣੇ ਦੰਦਾਂ ਦੇ ਵਿੱਚ। ਓਕੇ, ਯਾਦ ਰੱਖਣਾ ਹੈ। ਡੈਂਟਿਸਟ ਫਾਰਮੂਲਾ, ਅੱਛਾ, ਦੰਦਾਂ ਦੇ ਨਾਲ ਹੀ ਤੁਸੀਂ ਇੱਕ ਫਾਰਮੂਲਾ ਯਾਦ ਰੱਖੋ। ਡੈਂਟਿਸਟ ਫਾਰਮੂਲਾ ਕਈ ਵਾਰ ਪੁੱਛ ਲੈਂਦੇ ਆ ਬਈ, ਬਾਇਓਲੋਜੀ ਦਾ ਹੀ ਕੁਐਸਚਨ ਹੈ। 3 2, ਠੀਕ ਹੈ, 3 2 ਸੌਰੀ 3 2 ਨਹੀਂ, 2 ਆਊਗਾ ਪਹਿਲੇ। 2 1 2 3, 2 1 2 3 into 2, ਇਹ ਡੈਂਟਿਸਟ ਫਾਰਮੂਲਾ ਹੈ।
ਜੇ ਥੋੜਾ ਜਿਹਾ ਹੋਰ ਡਿਟੇਲ ਚ ਲਿਖ ਲਓ, ਬਰਾਬਰ ਹੈ 32। ਹੁਣ ਇਹ ਮੈਥ ਵਾਲਾ ਫਾਰਮੂਲਾ ਨਾ ਤੁਸੀਂ ਸਮਝ ਲਿਓ ਕਿ ਸਰ ਇਹ ਤਾਂ 21 23 ਨਾਲ 21 23 ਕੱਟ ਗਿਆ, 1 ਗੁਣਾ 2 ਬਰਾਬਰ ਹੈ 2, ਇਹਦਾ 32 ਤਾਂ ਗਲਤ ਹੈ। ਇਹ ਡੈਂਟਿਸਟਾਂ ਦਾ ਫਾਰਮੂਲਾ ਹੈ, ਬਸ ਇਦਾਂ ਹੀ ਯਾਦ ਰੱਖਣਾ। 21 23 ਬਟੇ 21 23 ਗੁਣਾ 2 ਬਰਾਬਰ ਹੈ 32 ਦੰਦ। ਠੀਕ ਹੈ, ਕਦੇ ਬਾਇਓਲੋਜੀ ਪੜਾਂਗੇ ਫਿਰ ਇਸ ਨੂੰ ਚੰਗੇ ਤਰੀਕੇ ਨਾਲ ਸਮਝਾਂਗੇ। ਠੀਕ ਹੈ, ਨੈਕਸਟ ਆ ਜਾਓ। ਕਿਸੇ ਬੈਂਕ ਨੂੰ ਆਖਰੀ ਉਪਾਏ ਦਾ ਰਿਣਦਾਤਾ ਕਿਹਾ ਜਾਂਦਾ ਹੈ। ਵਿਚ ਬੈਂਕ ਇਜ਼ ਰੈਫਰ ਟੂ, ਅੰਗਰੇਜ਼ੀ ਦਾ ਵਰਡ ਇਹ ਯਾਦ ਰੱਖਿਓ, ਦੀ ਲੈਂਡਰ ਆਫ ਲਾਸਟ ਰਿਸੋਰਟ ਕਿਹਨੂੰ ਕਿਹਾ ਜਾਂਦਾ ਹੈ? ਤਾਂ ਜਿਹੜੀ ਕੰਟਰੀ, ਕੋਈ ਵੀ ਕੰਟਰੀ ਹੋ ਸਕਦੀ ਹੈ, ਕਿਸੇ ਵੀ ਕੰਟਰੀ ਦੇ ਸੈਂਟਰਲ ਬੈਂਕ ਨੂੰ ਇਹ ਕਿਹਾ ਜਾਂਦਾ ਹੈ। ਕਿਸੇ ਵੀ ਕੰਟਰੀ ਦੇ ਸੈਂਟਰਲ ਬੈਂਕ ਨੂੰ ਇਹ ਕਿਹਾ ਜਾਂਦਾ ਹੈ ਦਾ ਲੈਂਡਰ ਆਫ ਲਾਸਟ ਰਿਸੋਰਟ, ਆਖਰੀ ਰਿਣਦਾਤਾ ਜਾਂ ਆਖਰੀ ਉਪਾਏ ਦਾ ਰਿਣਦਾਤਾ ਕਿਹਾ ਜਾਂਦਾ ਹੈ। ਸੈਂਟਰਲ ਬੈਂਕ ਹਰ ਕੰਟਰੀ ਦਾ ਆਪਣਾ ਆਪਣਾ ਹੁੰਦਾ ਹੈ, ਤੇ ਆਪਣੇ ਇੰਡੀਆ ਦਾ ਸੈਂਟਰਲ ਬੈਂਕ ਕਿਹੜਾ ਹੈ? ਰਿਜ਼ਰਵ ਬੈਂਕ ਆਫ ਇੰਡੀਆ। ਰਿਜ਼ਰਵ ਬੈਂਕ ਆਫ ਇੰਡੀਆ ਇਹ ਕੀ ਹੈ? ਇਹ ਆਖਰੀ ਉਪਾਅ ਦੱਸਿਆ ਜਾਂਦਾ ਹੈ ਹੋਰ ਬੈਂਕਾਂ ਦਾ, ਮਤਲਬ ਜਿਹੜੇ ਹੋਰ ਬੈਂਕ ਹੁੰਦੇ ਆ ਪ੍ਰਾਈਵੇਟ ਬੈਂਕ ਜਾਂ ਸਰਕਾਰੀ ਬੈਂਕ, ਉਹਨਾਂ ਨੂੰ ਡੁੱਬਣ ਤੋਂ ਬਚਾਉਂਦਾ ਹੈ। ਕੋਈ ਲੋਨ ਵਗੈਰਾ ਦੇਣਾ ਹੈ, ਰਿਣ ਦੇਣਾ, ਇਹ ਦਿੰਦਾ ਹੈ। ਠੀਕ ਹੈ ਨਾ, ਬੈਂਕਾਂ ਦਾ ਬੈਂਕ ਇਹਨੂੰ ਕਿਹਾ ਜਾਂਦਾ ਹੈ, ਆਰਬੀਆਈ ਨੂੰ ਬੈਂਕਾਂ ਦਾ ਬੈਂਕ। ਠੀਕ ਹੈ ਨਾ, ਬੈਂਕਾਂ ਦਾ ਬੈਂਕ ਜਾਂ ਬੈਂਕਾਂ ਦਾ ਬੈਂਕਰ ਵੀ ਇਹਨੂੰ ਕਿਹਾ ਜਾਂਦਾ ਹੈ। ਤੇ ਆਰਬੀਆਈ ਦੀ ਸਥਾਪਨਾ ਕਿਹੜੀ ਕਮੇਟੀ ਦੇ ਕਹਿਣ ਤੇ ਹੋਈ ਹੈ? ਆਰਬੀਆਈ ਦੀ ਸਥਾਪਨਾ ਕਿਹੜੀ ਕਮੇਟੀ ਦੇ ਕਹਿਣ ਤੇ ਹੋਈ ਹੈ? ਹਿਲਟਨ ਯੰਗ। क्वेश्चन बहुत कॉमन है, हिल्टन, HILTON, हिल्टन यंग, हिल्टन यंग दे कहण ते होई है भाई। ओके, चलो देखते हैं जे एक दो क्वेश्चन तक होर ये धुंधलापन जो ठीक हो गया, मोस्चर चला गया तो ठीक है, नहीं मैं वीडियो फिर दोबारा करांगा। ठीक है, ओके। हाँ जी, नासिक त्रियंबकम। ठीक है ना, चलो कोई गल नहीं। नासिक त्रियंबकम ते भद्राचलम दे तीर्थ स्थान हेठ लिखिया विचों किहड़ी नदी दे किनारे ते हन? तां बई बेशक तुहानूं ये ना पता होण, बट नासिक दा तां तुहानूं पता है। नासिक किहड़ी नदी दे किनारे है? गोदावरी दे किनारे है। नासिक किहड़ी नदी दे किनारे है? गोदावरी दे किनारे है। ते नांदेड़ साहब गुरुद्वारा जिथे गुरु गोबिंद सिंह जी ज्योति जोत समाए सीगे, है ना, नांदेड़ साहब गुरुद्वारा, वो भी किहड़ी नदी दे किनारे है? वो भी गोदावरी नदी दे किनारे है। ठीक है ना, ਤੇ ਗੋਦਾਵਰੀ ਨਦੀ ਸਟਾਰਟ ਕਿੱਥੋਂ ਹੁੰਦੀ ਹੈ? ओरिजिन, ਜਿਹਨੂੰ ਹਿੰਦੀ ਚ ਉਦਗਮ ਸਥਲ ਬੋਲਦੇ ਆ, ओरिजिन ਕਿੱਥੋਂ ਹੁੰਦਾ ਹੈ ਇਸਦਾ? ਤਾਂ ਇਹ ਯਾਦ ਰੱਖਣਾ ਹੈ ਬਈ, ਇਹ ਕਿੱਥੋਂ ਹੁੰਦਾ ਹੈ? ਨਾਸਿਕ ਦੇ ਨੇੜੇ, ਨਾਸਿਕ ਦੇ ਨੇੜੇ ਬ੍ਰਹਮਗਿਰੀ ਦੀ ਪਹਾੜੀਆਂ ਹੈਗੀਆਂ, ਬ੍ਰਹਮਗਿਰੀ ਮਾਊਂਟੇਨਸ, ਬ੍ਰਹਮਗਿਰੀ ਮਾਊਂਟੇਨਸ ਉੱਥੋਂ ਹੁੰਦਾ ਹੈ, ਨਾਸਿਕ ਦੇ ਨੇੜੇ। ਤੇ ਨਾਸਿਕ ਦੇ ਨੇੜੇ ਮਹਾਰਾਸ਼ਟਰ, ਮਤਲਬ ਨਾਸਿਕ ਕਿੱਥੇ? ਮਹਾਰਾਸ਼ਟਰ ਦੇ ਵਿੱਚ ਹੈ। ਉੱਥੇ ਬ੍ਰਹਮਗਿਰੀ ਦੀ ਪਹਾੜੀਆਂ ਤੋਂ ਸ਼ੁਰੂ ਹੁੰਦੀ ਹੈ ਇਹ ਨਦੀ, ਤੇ ਲਗਭਗ 1465 ਕਿਲੋਮੀਟਰ ਚੱਲਦੀ ਹੈ, ਤੇ ਫਿਰ ਬੰਗਾਲ ਦੀ ਖਾੜੀ ਦੇ ਵਿੱਚ ਜਾ ਡਿੱਗਦੀ ਹੈ, ਉੱਥੇ ਇਹ ਡੈਲਟਾ ਬਣਾਉਂਦੀ ਹੈ। ਤੇ ਇੰਡੀਆ ਦੀ, ਹੁਣ ਆ ਜਾਓ ਮੇਨ ਗੱਲ ਤੇ, ਇੰਡੀਆ ਦੀ ਸੈਕਿੰਡ ਲੌਂਗੈਸਟ ਰਿਵਰ ਹੈ, ਦੂਜੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਗੋਦਾਵਰੀ ਹੈ। ਓਕੇ, ਪੂਰੇ ਇੰਡੀਆ ਦੀ। ਤੇ ਸਾਊਥ ਇੰਡੀਆ ਦੀ ਜੇ ਆਪਾਂ ਗੱਲ ਕਰੀਏ, ਦੱਖਣ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਗੋਦਾਵਰੀ ਹੈ। ਦੱਖਣ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਗੋਦਾਵਰੀ ਹੈ। ਤੇ ਇੱਕ ਗੱਲ ਹੋਰ ਇਹਦੇ ਬਾਰੇ ਯਾਦ ਰੱਖੋ ਕਿ ਇਹਨੂੰ ਦੱਖਣ ਗੰਗਾ ਜਾਂ ਸਾਊਥ ਗੰਗਾ ਕਿਹਾ ਜਾਂਦਾ ਹੈ। ਦੱਖਣ ਗੰਗਾ, ਸਾਊਥ ਗੰਗਾ, ਦੱਖਣ ਗੰਗਾ। ਤੇ ਇਸ ਤੋਂ ਇਲਾਵਾ ਬੁੜੀ ਗੰਗਾ, 올ਡ ਗੰਗਾ, ਵ੍ਰਿਧ ਗੰਗਾ, ਇਸੇ ਨੂੰ ਕਿਹਾ ਜਾਂਦਾ ਹੈ, ਕਿਉਂਕਿ ਇਹ ਗੰਗਾ ਤੋਂ ਪੁਰਾਣੀ ਹੈ। ਪਹਿਲੀ ਗੱਲ ਤਾਂ ਇਹ ਯਾਦ ਰੱਖਣਾ। ਜੇ ਤੁਹਾਨੂੰ ਕੋਈ ਵੀ ਪੁੱਛੇ ਕਿ ਗੰਗਾ ਤੇ ਗੋਦਾਵਰੀ ਦੋਨਾਂ ਵਿੱਚੋਂ ਕਿਹੜੀ ਨਦੀ ਹੈ ਜਿਹੜੀ ਬੁੜੀ ਹੈ ਜਾਂ ਪੁਰਾਣੀ ਹੈ, ਤਾਂ ਗੋਦਾਵਰੀ ਹੈ। ਇਸ ਨੂੰ ਪੁਰਾਣੀ ਗੰਗਾ, 올ਡ ਗੰਗਾ, ਬੁੜੀ ਗੰਗਾ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਦੱਖਣ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ ਨਾ, ਕਿਉਂਕਿ ਸਭ ਤੋਂ ਲੰਬੀ ਨਦੀ ਪੂਰੇ ਇੰਡੀਆ ਦੀ ਕਿਹੜੀ ਹੈ? ਗੰਗਾ। ਤੇ ਦੱਖਣ ਦੇ ਵਿੱਚ ਸਭ ਤੋਂ ਲੰਬੀ ਨਦੀ ਕਿਹੜੀ ਹੈ? ਗੋਦਾਵਰੀ ਹੈ। ਇਸ ਕਰਕੇ ਇਹਨੂੰ ਦੱਖਣ ਗੰਗਾ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ? ਦੱਖਣ ਗੰਗਾ। ਯਾਦ ਰੱਖਣਾ ਹੈ, ਦੱਖਣ ਗੰਗਾ ਇਹਨੂੰ ਕਿਹਾ ਜਾਂਦਾ ਹੈ, ਪਰ ਦਕਸ਼ਿਣ ਦੀ ਗੰਗਾ ਨਹੀਂ ਇਹਨੂੰ ਕਿਹਾ ਜਾਂਦਾ ਹੈ, ਕਿ ਦੱਖਣ ਭਾਰਤ ਦੀ ਗੰਗਾ ਨਹੀਂ ਇਹਨੂੰ ਕਹਿੰਦੇ, ਉਹ ਕਾਵੇਰੀ ਹੈ। ਉਹ ਕਿਹੜੀ ਨਦੀ ਹੈ? ਉਹ ਕਾਵੇਰੀ ਹੈ। ਦੋਹਾਂ 'ਚ ਫਰਕ ਹੈ। ਦਕਸ਼ਿਣ ਗੰਗਾ ਕਿਹਨੂੰ ਕਿਹਾ ਜਾਂਦਾ ਹੈ? ਦਕਸ਼ਿਣ ਗੰਗਾ ਗੋਦਾਵਰੀ ਨੂੰ ਕਿਹਾ ਜਾਂਦਾ ਹੈ। ਦਕਸ਼ਿਣ ਭਾਰਤ ਦੀ ਗੰਗਾ ਉਹ ਕਾਵੇਰੀ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਯਾਦ ਰੱਖਣਾ ਇਹ ਪੁਆਇੰਟ ਇਹਦੇ ਬਾਰੇ। ਨੈਕਸਟ ਆ ਜਾਓ ਭਾਈ, ਹੇਠਾਂ ਦਿੱਤੇ ਵਿੱਚੋਂ ਕਿਹੜਾ ਮੋਨੋਸੈਕਰਾइड्स ਦੀ ਉਦਾਹਰਣ ਹੈ? ਮੋਨੋਸੈਕਰਾइड्स ਬਾਇਓ ਤੋਂ ਕੁਐਸਚਨ ਹੈ। ਮੋਨੋਸੈਕਰਾइड्स ਦੀ ਉਦਾਹਰਣ ਪੁੱਛੀ ਹੈ। ਮੋਨੋਸੈਕਰਾइड्स ਦੀ ਉਦਾਹਰਣ ਬਈ ਇੱਥੇ ਇੱਕ ਤਾਂ ਹੈਗੇ ਹੈ ਫਰਕਟੋਸ, ਇੱਕ ਹੈਗਾ ਆਪਣਾ ਗਲੂਕੋਸ। ਸੁਕਰੋਜ਼ ਵੀ ਨਹੀਂ, ਸਟਾਰਚ ਵੀ ਨਹੀਂ। ਤਾਂ A ਤੇ D ਇਹਦਾ ਰਾਈਟ ਆਨਸਰ ਹੈ, ਯਾਨੀ ਰਾਈਟ ਆਨਸਰ B ਹੈ। ਹੁਣ ਇਸ ਕੁਐਸਚਨ ਨੂੰ ਥੋੜਾ ਜਿਹਾ ਡਿਟੇਲ 'ਚ ਦੇਖਦੇ ਹਾਂ। ਦੇਖੋ,
ਆਪਾਂ ਕਾਰਬੋਹਾਈਡਰੇਟ ਯੂਜ਼ ਕਰਦੇ ਹਾਂ, ਕਾਰਬੋ, ਸਿੰਪਲ ਮੈਂ ਕਾਰਬੋ ਲਿਖਦਾ ਇਹਨੂੰ, ਕਾਰਬੋ, ਠੀਕ ਹੈ। ਕਾਰਬੋਹਾਈਡਰੇਟਸ ਜਾਂ ਕਾਰਬੋ ਹੁੰਦੇ ਆ ਕਈ ਤਰ੍ਹਾਂ ਦੇ, ਜਿਹੜੇ ਸਿੰਗਲ ਯੂਨਿਟ ਤੋਂ ਬਣੇ ਹੁੰਦੇ ਆ, ਸਿੰਗਲ ਯੂਨਿਟ ਸ਼ੂਗਰ ਜਿਹਨੂੰ ਆਪਾਂ ਬੋਲਦੇ ਆ, ਸਿੰਗਲ ਯੂਨਿਟ ਤੋਂ ਬਣੇ ਹੁੰਦੇ ਆ, ਉਹਨੂੰ ਆਪਾਂ ਮੋਨੋ ਬੋਲਦੇ ਆ। ਕੀ ਬੋਲਦੇ ਆ? ਮੋਨੋਸੈਕਰਾਈਡਸ, ਠੀਕ ਹੈ। ਇਹ ਸਿੰਗਲ ਹੁੰਦੇ ਆ, ਜਿਹੜੇ ਫਿਰ 2 ਜਾਂ 2 ਤੋਂ ਜ਼ਿਆਦਾ 10 ਤੱਕ ਹੋ ਸਕਦੇ ਆ। 2 ਯੂਨਿਟ ਸ਼ੂਗਰ ਤੋਂ ਬਣਦੇ ਆ ਜਾਂ 2 ਤੋਂ ਜ਼ਿਆਦਾ 10 ਤੱਕ, ਮਤਲਬ 2 ਤੋਂ ਲੈ ਕੇ 10 ਤੱਕ ਦੇ ਤੋਂ ਬਣਦੇ ਆ, ਉਹ ਓਲੀਗੋ ਹੁੰਦੇ ਆ। ਓਲੀਗੋਸੈਕਰਾਈਡਸ ਕਿਹੜੇ ਹੁੰਦੇ ਆ ਬਈ? ਓਲੀਗੋਸੈਕਰਾਈਡਸ। ਤੇ ਫਿਰ ਉਸ ਤੋਂ ਬਾਅਦ ਵਾਲੇ ਵੀ ਹੁੰਦੇ ਆ, ਉਹਨੂੰ ਆਪਾਂ ਪੋਲੀ ਬੋਲ ਦਿੰਦੇ ਆ, ਪੋਲੀਓਸੈਕਰਾਈਡਸ, ਠੀਕ ਹੈ। ਉਹ 10 ਤੋਂ ਵੱਧ ਵਾਲੇ ਹੁੰਦੇ ਆ। ਤੇ ਮੋਨੋਸੈਕਰਾਈਡਸ ਦੀ ਐਗਜ਼ਾਮਪਲ ਮੈਂ ਤੁਹਾਨੂੰ ਦੱਸਾਂ, ਮੋਨੋਸੈਕਰਾਈਡਸ ਦੇ ਵਿੱਚ ਫਰਕਟੋਸ ਆ ਗਿਆ, ਜਿਹੜਾ ਕਿ ਫਰੂਟਾਂ ਦੇ ਵਿੱਚ ਮਿਲਦਾ ਹੈ, ਗਲੂਕੋਜ਼ ਆ ਗਿਆ, ਇਸ ਤੋਂ ਇਲਾਵਾ ਹੈਕਸੋ ਆ ਜਾਂਦਾ ਹੈ ਬਈ, ਹੈਕਸੋ ਵੀ ਇਹਦੀ ਉਦਾਹਰਣ ਹੈ। ਰਾਈਬੋ ਆ ਜਾਂਦਾ ਹੈ, ਰਾਈਬੋ, ਹੈਕਸੋ, ਰਾਈਬੋ, ਹੈ ਨਾ, ਇਹ ਯਾਦ ਰੱਖਣੇ। ਗਲੈਕਟੋਸ ਆ ਜਾਂਦਾ ਹੈ, ਗਲੈਕਟੋਸ। ਇੱਥੇ ਤਾਂ ਧੁੰਦਲਾ ਵੀ ਆ ਰਿਹਾ ਸੀਗਾ ਨਾ, ਕਲੀਅਰ ਹੈ, ਹੁਣ ਤਾਂ ਸਾਫ਼ ਹੋ ਗਿਆ, ਠੀਕ ਹੈ, ਵਿਜ਼ੀਬਲ ਹੈ ਨਾ। ਹੈਕਸੋ ਹੋ ਗਿਆ, ਰਾਈਬੋਸ ਹੋ ਗਿਆ, ਗਲੈਕਟੋਸ ਹੋ ਗਿਆ, ਗਲੂਕੋਜ਼, ਫਰਕਟੋਸ, ਇਹ ਸਾਰੇ ਦੇ ਸਾਰੇ ਮੋਨੋਸੈਕਰਾਈਡਸ ਹੈ, ਸਿੰਗਲ ਯੂਨਿਟ ਹੈਗੇ ਆ, ਸਿੰਗਲ ਯੂਨਿਟ ਸ਼ੂਗਰ ਹੈ, ਸਿੰਗਲ ਯੂਨਿਟ, ਠੀਕ ਹੈ ਨਾ। ਓਕੇ, ਤੇ ਇਹ ਜਿਹੜਾ ਇੱਥੇ ਹੈਗਾ ਬਈ ਸੁਕਰੋਜ਼, ਜਿਹੜਾ ਹੈਗਾ, ਸੁਕਰੋਜ਼ ਓਲੀਗੋ ਦੀ ਐਗਜ਼ਾਮਪਲ ਹੈ। ਸੁਕਰੋਜ਼ ਕਿਹੜੀ ਸ਼ੂਗਰ ਹੈ? ਸੁਕਰੋਜ਼ ਇਹ ਓਲੀਗੋ ਦੀ ਹੈ, ਓਲੀਗੋ ਦੀ, ਯਾਨੀ ਇਹ ਸਿੰਗਲ ਯੂਨਿਟ ਸ਼ੂਗਰ ਨਹੀਂ ਹੈਗੀ, 2 ਤੋਂ ਮਿਲ ਕੇ ਬਣੀ ਹੈ। ਜਿਹੜਾ ਇਹ ਸੁਕਰੋਜ਼ ਹੈ ਨਾ, ਇਹ ਬਣੀ ਹੁੰਦੀ ਹੈ ਫਰਕਟੋਜ਼ ਅਤੇ ਗਲੂਕੋਜ਼ ਨੂੰ ਮਿਲਾ ਕੇ, ਸੁਕਰੋਜ਼ ਬਣਦੀ ਹੈ, ਸੁਕਰੋਜ਼। ਸਟਾਰਚ ਤਾਂ ਪੌਦਿਆਂ 'ਚ ਮਿਲਦਾ, ਸਟਾਰਚ ਤਾਂ ਇਹ ਪੋਲੀਸੈਕਰਾਈਡਸ ਹੈ। ਸਟਾਰਚ ਕਿਹੜੀ ਸੈਕਰਾਈਡਸ ਹੈ? ਪੋਲੀਸੈਕਰਾਈਡਸ, ਠੀਕ ਹੈ। ਤਾਂ ਇਹ ਬਾਇਓ ਦੇ ਕੁਐਸਚਨ ਹੈਗੇ ਆ, ਤੇ ਕਦੇ ਬਾਇਓ ਪੜਾਂਗੇ ਆਪਾਂ YouTube ਦੇ ਉੱਤੇ, ਸਾਰੀ ਦੀ ਸਾਰੀ ਫ੍ਰੀ, ਫਿਰ ਮੈਂ ਤੁਹਾਨੂੰ ਕਰਾਉਂਗਾ, ਠੀਕ ਹੈ। ਉਸ ਤੋਂ ਬਾਅਦ ਸਤਿੰਦਰ ਯੋਗੀ ਦੇ ਯਤਨਾਂ ਨਾਲ ਡੈਸ਼ ਨਾਮਕ ਨਾਚ ਰੂਪ ਨੂੰ ਪ੍ਰਸਿੱਧ ਕੀਤਾ ਹੈ। ਓਕੇ, ਸਤਿੰਦਰ ਯੋਗੀ ਨੇ ਕਿਹੜੇ ਨਾਚ ਨੂੰ ਪ੍ਰਸਿੱਧ ਕੀਤਾ ਹੈ? ਤਾਂ ਇਹ ਗੱਲ ਹੋ ਰਹੀ ਹੈ ਬਈ ਕੁਚੀਪੁੜੀ ਦੀ। ਕਿਹੜਾ ਡਾਂਸ ਹੈ? ਕੁਚੀਪੁੜੀ। ਤੇ ਕੁਚੀਪੁੜੀ ਕਿੱਥੇ ਕਰਿਆ ਜਾਂਦਾ ਹੈ? ਆਂਧਰਾ 'ਚ ਕਰਿਆ ਜਾਂਦਾ ਹੈ ਨਾ, ਆਂਧਰਾ ਹੀ ਹੈ ਨਾ, ਬਸ ਠੀਕ ਹੈ, ਆਂਧਰਾ 'ਚ। ਬਾਕੀ ਇਹ ਭਰਤਨਾਟਿਅਮ ਕਿੱਥੇ ਕਰਿਆ ਜਾਂਦਾ? ਤਾਮਿਲਨਾਡੂ ਹੈ। ਮੋਹਿਨੀਅਟਮ ਕੇਰਲ ਦਾ ਹੈ। ਕਥਕਲੀ ਇਹ ਵੀ ਕੇਰਲ ਦਾ ਹੈ। ਕੁਚੀਪੁੜੀ ਆਂਧਰਾ ਹੋ ਗਿਆ। ਤੇ ਆਂਧਰਾ ਦੇ ਬਾਕੀ ਵਾਲੇ ਡਾਂਸ ਦੇਖੋ ਨਹੀਂ, ਪੜੋ, ਇੱਥੇ ਮੈਂ ਤੁਹਾਨੂੰ ਡਾਂਸ ਨਹੀਂ ਕਰਕੇ ਦਿਖਾਣਾ। ਇਹ ਸਾਰੇ ਦੇ ਸਾਰੇ ਯਾਦ ਰੱਖ ਲਿਓ ਬਈ, ਕੋਈ ਰੱਟਾ ਮਾਰ ਲਿਓ ਇਹਨਾਂ ਨੂੰ, ਬਸ, ਹੋਰ ਕੀ ਹੈ, ਠੀਕ ਹੈ, ਨੋਟ ਕਰ ਲਿਓ ਬਈ। ਇਹ ਸਾਰੇ ਦਾਪੂ ਬਹੁਤ ਇੰਪੋਰਟੈਂਟ ਹੈ, ਬਹੁਤ ਪੁੱਛਿਆ ਜਾਂਦਾ ਹੈ, ਤੇ ਇਹਨਾਂ ਚੋਂ ਵੀ ਜਿਹੜੇ ਬਹੁਤ ਇੰਪੋਰਟੈਂਟ ਮੈਨੂੰ ਲੱਗਦੇ ਆ, ਮੈਂ ਤੁਹਾਨੂੰ ਉਹ ਕਰਾ ਦੂੰ ਮਾਰਕ। ਲੰਬਾੜੀ ਵੀ ਬਹੁਤ ਇੰਪੋਰਟੈਂਟ ਹੈ, ਧੀਮਸਾ ਓਏ ਹੋਏ ਬਹੁਤ ਇੰਪੋਰਟੈਂਟ ਹੈ। ਤੇ ਘੱਟੋ ਘੱਟ ਇਹ ਤਾਂ ਯਾਦ, ਇਹ ਪਹਿਲਾਂ ਇਹ 1 2 3 ਇਹ ਤਾਂ ਯਾਦ ਕਰ ਲਿਓ, ਉਸ ਤੋਂ ਬਾਅਦ ਬਾਕੀ ਵਾਲੇ ਕਰ ਲਿਓ, ਠੀਕ ਹੈ। ਪਰ ਯਾਦ ਤਾਂ ਸਾਰੇ ਕਰਨੇ ਪੈਣੇ ਆ। ਉਸ ਤੋਂ ਬਾਅਦ ਬਈ ਇੱਕ ਡੈਸ਼ ਟੈਂਕ ਕੰਕਰੀਟ, ਫਾਈਬਰ ਗਲਾਸ, ਪਲਾਸਟਿਕ ਦਾ ਬਣਿਆ ਹੁੰਦਾ ਹੈ। ਇੱਕ ਭੂਮੀਗਤ ਚੈਂਬਰ ਹੈ, ਮਤਲਬ ਇੱਕ ਟੈਂਕ ਹੈ ਕੋਈ, ਜਿਹੜਾ ਕਿ ਕੰਕਰੀਟ, ਫਾਈਬਰ ਗਲਾਸ, ਪਲਾਸਟਿਕ ਆਦਿ ਦਾ ਬਣਿਆ ਹੁੰਦਾ ਹੈ, ਜਿਸ ਵਿੱਚ ਘਰੇਲੂ ਗੰਦਾ ਪਾਣੀ ਜਾਂ ਸੀਵਰੇਜ ਹੈ ਜਿਹੜੀ ਉਹ ਇਕੱਠੀ ਹੁੰਦੀ ਹੈ ਟ੍ਰੀਟਮੈਂਟ ਵਾਸਤੇ। ਬੁਨਿਆਦੀ ਇਲਾਜ ਮਤਲਬ ਟ੍ਰੀਟਮੈਂਟ ਵਾਸਤੇ ਇਕੱਠੀ ਹੁੰਦੀ ਹੈ। ਇਹਨੂੰ ਕਰੈਕਟ ਕਰ ਲਿਓ ਆਪਣੀ PDF ਦੇ ਵਿੱਚ, ਠੀਕ ਹੈ। ਕੀ ਕਹਿੰਦੇ ਆ ਉਸ ਟੈਂਕ ਨੂੰ ਬਈ? ਸੈਪਟਿਕ ਟੈਂਕ ਕਹਿੰਦੇ ਆ। ਕੀ ਕਹਿੰਦੇ ਆ ਉਹਨੂੰ? ਸੈਪਟਿਕ ਟੈਂਕ। ਕੀ ਕਹਿੰਦੇ ਆ ਉਹਨੂੰ? ਸੈਪਟਿਕ ਟੈਂਕ ਕਿਹਾ ਜਾਂਦਾ ਹੈ। ਨੈਕਸਟ ਆ ਜੋ, ਭਾਰਤ ਦੇ ਸੰਵਿਧਾਨ ਵਿੱਚ 2 ਸਦਨੀ ਸੰਸਦ ਦੀ ਵਿਵਸਥਾ ਕਰਨ ਦਾ ਵਿਚਾਰ ਕਿਹੜੇ ਸੰਵਿਧਾਨ ਤੋਂ ਲਿਆ ਗਿਆ ਹੈ? ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ 2 ਸਦਨੀ ਸਿਸਟਮ ਹੈ, ਯਾਨੀ ਬਾਈਕੈਮਰਲ ਪਾਰਲੀਮੈਂਟਰੀ ਸਿਸਟਮ ਹੈ, ਇਹ ਕਿੱਥੋਂ ਲਿਆ ਗਿਆ? ਪਹਿਲੀ ਗੱਲ, ਬਾਈਕੈਮਰਲ ਕੀ ਹੁੰਦਾ ਹੈ? ਦੇਖੋ, ਬਾਈਕੈਮਰਲ ਯਾਨੀ 2 ਸਦਨ। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣੀ ਸੰਸਦ ਦੇ ਵਿੱਚ 2 ਸਦਨ ਹੈ, ਆਪਣੀ ਪਾਰਲੀਮੈਂਟ ਦੇ ਵਿੱਚ 2 ਸਦਨ ਹੈ। ਕਿਹੜੇ ਹੈ? ਇੱਕ ਹੈਗਾ ਜੀ ਰਾਜ ਸਭਾ, ਤੇ ਇੱਕ ਹੈਗਾ ਆ ਲੋਕ ਸਭਾ। ਜਿੱਥੇ 2 ਸਦਨ ਹੁੰਦੇ ਆ ਉਹਨੂੰ ਆਪਾਂ ਬਾਈਕੈਮਰਲ ਕਹਿੰਦੇ ਆ, ਜਿੱਥੇ ਇੱਕ ਸਦਨ ਹੁੰਦਾ ਹੈ ਉਹਨੂੰ ਆਪਾਂ ਯੂਨੀਕੈਮਰਲ ਕਹਿੰਦੇ ਆ। ਕੀ ਕਹਿੰਦੇ ਆ? ਯੂਨੀਕੈਮਰਲ। ਤਾਂ ਯੂਨੀਕੈਮਰਲ ਕੀ ਹੈ? ਯੂਨੀਕੈਮਰਲ ਹੈ ਜਿੱਥੇ ਇੱਕ ਸਦਨ ਹੁੰਦਾ ਹੈ, ਬਾਈਕੈਮਰਲ ਹੈ ਜਿੱਥੇ 2 ਸਦਨ ਹੁੰਦੇ ਆ। ਹੁਣ ਆਪਣਾ ਪੰਜਾਬ ਹੈ, ਆਪਣੇ ਪੰਜਾਬ ਦੇ ਵਿੱਚ ਇੱਕ ਹੀ ਸਦਨ ਹੈ, ਆਪਣੀ ਵਿਧਾਨ ਸਭਾ ਹੈ, ਬਸ, ਠੀਕ ਹੈ। ਤਾਂ ਪੰਜਾਬ ਕਿਹੋ ਜਿਹਾ? ਪੰਜਾਬ ਯੂਨੀਕੈਮਰਲ ਹੈ। ਜੇ ਮੈਂ ਗੱਲ ਕਰਾਂ ਯੂਪੀ ਦੇ ਵਿੱਚ 2 ਸਦਨ ਹੈ, ਇੱਕ ਉਹਨਾਂ ਦੀ ਵਿਧਾਨ ਸਭਾ ਤਾਂ ਹੈ ਹੀ ਹੈ, ਇੱਕ ਵਿਧਾਨ ਪਰਿਸ਼ਦ ਵੀ ਉਹਨਾਂ ਕੋਲ ਹੈ। ਤਾਂ ਉੱਥੇ 2 ਸਦਨ ਹੋ ਗਏ, ਉਹਨੂੰ ਆਪਾਂ ਬਾਈਕੈਮਰਲ ਬੋਲਾਂਗੇ। ਤਾਂ ਯੂਪੀ ਯਾਨੀ ਉੱਤਰ ਪ੍ਰਦੇਸ਼ ਕੀ ਹੈ? ਬਾਈਕੈਮਰਲ ਹੈ। ਪੰਜਾਬ ਕੀ ਹੈ? ਯੂਨੀਕੈਮਰਲ ਹੈ। ਹਰਿਆਣਾ ਕੀ ਹੈ? ਹਰਿਆਣਾ ਵੀ ਯੂਨੀਕੈਮਰਲ ਹੈ। ਰਾਜਸਥਾਨ ਕੀ ਹੈ? ਰਾਜਸਥਾਨ ਵੀ ਯੂਨੀਕੈਮਰਲ ਹੈ। ਸਮਝਿਓ ਗੱਲ। ਤੇ ਆਪਣੀ ਸੰਸਦ ਕਿਹੋ ਜਿਹੀ ਹੈ? ਸੰਸਦ ਦੇ ਵਿੱਚ 2 ਸਦਨ ਹੈ, ਰਾਜ ਸਭਾ ਹੈ, ਲੋਕ ਸਭਾ ਹੈ। ਇੱਥੇ ਇਹ ਬਾਈਕੈਮਰਲ ਹੈ, ਯਾਨੀ 2 ਸਦਨ ਹੀ ਹੈ। ਤਾਂ ਇਹ 2 ਸਦਨ ਵਾਲਾ ਸਿਸਟਮ ਲਿਆ ਕਿੱਥੋਂ ਆਪਾਂ ਨੇ ਬਈ? ਆਪਣੇ ਤੇ ਕਿਹੜਾ ਦੇਸ਼ ਰਾਜ ਕਰਦਾ ਸੀ? ਗੋਰੇ, ਬ੍ਰਿਟਿਸ਼, ਉੱਥੋਂ ਹੀ ਲਿਆ, ਕਿਉਂਕਿ ਇਹ ਪਾਰਲੀਮੈਂਟਰੀ ਸਿਸਟਮ ਉਹਨਾਂ ਨੇ ਤਾਂ ਸਟਾਰਟ ਕਰਿਆ।
ਤਾਂ ਉੱਥੇ ਦੀ ਜਿਹੜੀ ਪਾਰਲੀਮੈਂਟ ਹੈ ਉੱਥੇ ਵੀ ਦੋ ਸਦਨ ਹੈ। ਕਿਹੜੇ ਕਿਹੜੇ? ਜਿਵੇਂ ਆਪਣੇ ਕੋਲ ਰਾਜ ਸਭਾ, ਤਾਂ ਉਹਨਾਂ ਕੋਲ ਹੋ ਗਿਆ ਹਾਊਸ ਆਫ ਲੋਰਡਸ, ਹਾਊਸ ਆਫ ਲੋਰਡਸ ਕਹਿੰਦੇ ਆ ਇਹਨੂੰ ਇਹ। ਤੇ ਇੱਕ ਉਹਨਾਂ ਦਾ ਲੋਅਰ ਜਿਹੜਾ ਹੈਗਾ, ਜਿਵੇਂ ਆਪਣੇ ਕੋਲ ਲੋਕ ਸਭਾ ਹੈ, ਉਹਨਾਂ ਕੋਲ ਹੈਗਾ ਹਾਊਸ ਆਫ ਕਾਮਨਸ ਜਾਂ ਹਾਊਸ ਆਫ ਪੀਪਲ, ਉਹਨੂੰ ਬੋਲਦੇ ਆ ਹਾਊਸ ਆਫ ਕਾਮਨ, ਠੀਕ ਹੈ ਨਾ, ਹਾਊਸ ਆਫ ਕਾਮਨ ਆਮ ਜਨਤਾ ਵਾਸਤੇ ਲੋਕ ਸਭਾ ਹੋ ਗਈ, ਠੀਕ ਹੈ। ਤਾਂ ਇਹ ਆਪਾਂ ਨੇ ਕਿੱਥੋਂ ਲਿਆ? ਬ੍ਰਿਟੇਨ ਤੋਂ ਹੀ ਲਿਆ ਹੈ। ਤੇ ਇਸ ਤੋਂ ਇਲਾਵਾ ਵੀ ਆਪਾਂ ਨੇ ਬ੍ਰਿਟੇਨ ਤੋਂ ਬਾਹਲਾ ਕੁਝ ਲਿਆ। ਲਿਸਟ ਹੈਗੀ ਹੈ ਤੁਹਾਡੇ ਕੋਲ, ਚੱਕ ਲਓ। ਸਿੰਗਲ ਸਿਟੀਜ਼ਨਸ਼ਿਪ, ਇਕਲ ਨਾਗਰਿਕਤਾ, ਆਪਣੇ ਦੇਸ਼ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ। ਇਹ ਤਾਂ ਨਹੀਂ ਕਿ ਤੁਸੀਂ ਦੋ ਦੋ ਪਾਸਪੋਰਟ ਚੱਕੀ ਫਿਰਦੇ ਹੋ। ਪੰਜਾਬ ਵਾਲਾ ਅਲੱਗ ਪਾਸਪੋਰਟ ਹੈ, ਇੰਡੀਆ ਦਾ ਅਲੱਗ ਪਾਸਪੋਰਟ ਹੈ। ਸਿੰਗਲ ਸਿਟੀਜ਼ਨਸ਼ਿਪ ਹੈ ਨਾ, ਇਹ ਬ੍ਰਿਟੇਨ ਤੋਂ ਹੀ ਲਿਆ ਆਪਾਂ ਨੇ। ਲਾ ਮੇਕਿੰਗ ਪ੍ਰੋਸੀਜਰ, ਕਾਨੂੰਨ ਬਣਾਉਣ ਦੀ ਪ੍ਰਕਿਰਿਆ, ਨਾਰਮਲ ਜੀ ਗੱਲ ਹੈ, ਪਹਿਲਾਂ ਵੀ ਉਹੀ ਬਣਾ ਰਹੇ ਸੀ, ਉਹੀ ਉਹਨਾਂ ਦੇ ਉੱਤੇ ਹੀ ਆਪਾਂ ਚਲੀ ਜਾਂਦੇ ਆ, ਜਿਵੇਂ ਉਹ ਬਣਾਉਂਦੇ ਸੀ ਉਵੇਂ ਹੀ ਆਪਾਂ ਬਣਾਉਂਦੇ ਆ। ਬਾਈ ਕੈਮਰਲ ਪਾਰਲੀਮੈਂਟਰੀ ਸਿਸਟਮ ਹੁਣੇ ਦੇਖ ਕੇ ਹਟੇ ਆਪਾਂ। ਰੂਲ ਆਫ ਲਾ, ਕਾਨੂੰਨ ਦਾ ਰਾਜ, ਉੱਥੋਂ ਹੀ ਲਿਆ। ਕੈਗ ਕੀ ਹੁੰਦਾ ਹੈ? ਕੰਪਟਰੋਲਰ ਐਂਡ ਆਡੀਟਰ ਜਨਰਲ ਜਿਹੜਾ ਹੁੰਦਾ ਹੈ ਬਈ, ਕੈਗ ਖਜ਼ਾਨੇ ਦਾ ਰੱਖਿਅਕ, ਆਪਣੇ ਭਾਰਤ ਦੇ ਖਜ਼ਾਨੇ ਦਾ ਇੱਕ ਤਰ੍ਹਾਂ ਦਾ ਰੱਖਿਅਕ ਕੌਣ ਹੈ? ਕੈਗ ਹੈ, ਇਹ ਵੀ ਉੱਥੋਂ ਲਿਆ। ਕੈਗ ਦਾ ਆਰਟੀਕਲ ਦੱਸਿਓ ਜਰਾ, ਜਿਨ੍ਹਾਂ ਨੇ ਪੋਲਿਟੀ ਪੜ੍ਹੀ ਹੈ ਮੈਥੋਂ ਕੀ ਕਿਸੇ ਤੋਂ ਵੀ ਪੜ੍ਹੀ ਹੋਵੇ, ਕੈਗ ਦਾ ਆਰਟੀਕਲ ਦਾ ਪਤਾ ਹੋਣਾ ਚਾਹੀਦਾ ਹੈ, ਕਮੈਂਟ ਕਰਨਾ ਹੈ ਬਾਈ। ਆਫਿਸ ਆਫ ਸਪੀਕਰ, ਆਪਣੀ ਲੋਕ ਸਭਾ ਤੇ ਆਪਣੀ ਵਿਧਾਨ ਸਭਾਵਾਂ ਦੇ ਵਿੱਚ ਸਪੀਕਰ ਹੁੰਦੇ ਆ, ਠੀਕ ਹੈ ਨਾ। 93 ਆਰਟੀਕਲ ਯਾਦ ਹੈ ਨਾ ਸਪੀਕਰ ਦਾ? ਹਾਂਜੀ, ਇਹ ਵੀ ਆਪਾਂ ਨੇ ਉੱਥੋਂ ਹੀ ਲਿਆ। ਪਾਰਲੀਮੈਂਟਰੀ ਗਵਰਨਮੈਂਟ, ਸੰਸਦੀ ਸਰਕਾਰ, ਸੰਸਦ ਦੇ ਥਰੂ ਸਰਕਾਰ ਵਾਲਾ ਉਹ ਸਾਰਾ ਸਿਸਟਮ ਆਪਾਂ ਨੇ ਇੱਥੋਂ ਹੀ ਲਿਆ। ਪਾਰਲੀਮੈਂਟਰੀ ਪ੍ਰਿਵਿਲੇजेस, ਸੰਸਦੀ ਵਿਸ਼ੇਸ਼ ਅਧਿਕਾਰ, ਇਹ ਵੀ ਇੱਥੋਂ ਹੀ ਲਏ ਆਪਾਂ ਨੇ। ਕੈਬਨਿਟ ਸਿਸਟਮ, ਇਹ ਵੀ ਇੱਥੋਂ ਹੀ ਲਿਆ। ਰਿਟ ਜਾਰੀ ਕਰਦੀ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ, ਇਹ ਵੀ ਆਪਾਂ ਨੇ ਇੱਥੋਂ ਹੀ ਲਿਆ। ਜਦੋਂ ਸਾਡੇ ਮੌਲਿਕ ਅਧਿਕਾਰਾਂ ਦੇ ਉੱਤੇ ਡਾਕਾ ਵੱਜਦਾ ਹੈ, ਸਾਨੂੰ ਸਾਡੇ ਮੌਲਿਕ ਅਧਿਕਾਰ ਨਹੀਂ ਮਿਲਦੇ, ਆਪਾਂ ਕਿੱਥੇ ਜਾ ਸਕਦੇ ਹਾਂ? ਆਪਾਂ ਸਿੱਧਾ ਸੁਪਰੀਮ ਕੋਰਟ ਵੀ ਜਾ ਸਕਦੇ ਹਾਂ ਤੇ ਹਾਈ ਕੋਰਟ ਵੀ ਜਾ ਸਕਦੇ ਹਾਂ, ਠੀਕ ਹੈ। ਉਸ ਕੇਸ ਦੇ ਵਿੱਚ ਰਿਟ ਜਾਰੀ ਹੁੰਦੀ ਹੈ। ਰਿਟ ਕਿੱਥੋਂ ਲਈ ਆਪਾਂ ਨੇ? ਬ੍ਰਿਟੇਨ ਤੋਂ, ਠੀਕ ਹੈ। ਤੇ ਕਿੰਨੀ ਤਰ੍ਹਾਂ ਦੀ ਰਿਟ ਹੁੰਦੀ ਹੈ? 5 ਤਰ੍ਹਾਂ ਦੀ ਰਿਟ ਹੁੰਦੀ ਹੈ। ਤੇ ਬਾਕੀ ਬਈ ਐਪ ਦੇ ਉੱਤੇ ਇਹ ਮੇਰਾ ਪੋਲਿਟੀ ਦਾ ਵਿੱਚ ਐਡਵਰਟਾਈਜ਼ਮੈਂਟ ਜ਼ਰੂਰੀ ਹੁੰਦੀ ਹੈ, ਆਪਾਂ ਨੇ ਵੀ 4 ਪੈਸੇ ਕਮਾਣੇ ਆ, ਠੀਕ ਹੈ। ਤਾਂ ਇਹ ਬਈ ਇੰਡੀਅਨ ਪੋਲਿਟੀ ਦਾ ਮੇਰਾ ਬੈਚ ਹੈ, ਜਿੱਤੇ ਚ ਮੈਂ ਸਾਰੀ ਪੋਲਿਟੀ ਕਰਾਈ ਹੋਈ ਹੈ, ਠੀਕ ਹੈ। YouTube ਦੇ ਉੱਤੇ ਵੀ ਬਹੁਤ ਕਲਾਸਾਂ ਪਈਆਂ ਪੋਲਿਟੀ ਦੀ ਫ੍ਰੀ ਆਫ ਕਾਸਟ, ਬਟ ਉਹ 2-3 ਸਾਲ ਪਹਿਲਾਂ ਕਰਾਈ ਸੀ। ਹੁਣ ਇਹਦੇ ਚ ਜਿਹੜੀ ਕਰਾਈ ਹੈ ਬਹੁਤ ਐਡਵਾਂਸ ਹੈ ਪਹਿਲਾਂ ਵਾਲੇ ਨਾਲੋਂ। ਜਿਨ੍ਹਾਂ ਨੇ YouTube ਤੇ ਪੜ੍ਹੀ ਹੈ ਉਹ ਜ਼ਰੂਰ ਇੱਕ ਵਾਰ, ਉਹਨਾਂ ਨੂੰ ਚੰਗੀ ਲੱਗੀ ਹੋਣੀ ਪੋਲਿਟੀ ਜਿਹੜੀ YouTube ਤੇ ਮੈਂ ਕਰਾਈ ਹੈ, ਠੀਕ ਹੈ, ਸਮਝ ਆਈ ਹੋਣੀ ਵਧੀਆ ਤਰੀਕੇ ਨਾਲ। ਬਟ ਉਸ ਤੋਂ ਵੀ ਵਧੀਆ ਐਪ 'ਚ ਮੈਂ ਕਰਾਈ ਹੋਈ ਹੈ, ਉਹ ਜ਼ਰੂਰ ਦੇਖ ਲੈਣ। ਜ਼ਿਆਦਾ ਨਹੀਂ, ਇਹਦੀ ਫੀਸ ਸਿਰਫ 200-250 ਰੁਪਏ ਫੀਸ ਹੈ ਇਹਦੀ। 200-250 ਰੁਪਏ ਫੀਸ ਕੁਝ ਵੀ ਨਹੀਂ ਹੁੰਦੀ ਬਈ। ਕੰਪਲੀਟ ਪੋਲਿਟੀ ਕਰਾਈ ਹੈ ਇਹਦੇ 'ਚ ਮੈਂ, ਕੰਪਲੀਟ ਪੋਲਿਟੀ ਹੈ। ਮੇਨ ਗੱਲ ਕੀ ਹੈ, ਪੰਜਾਬੀ ਤੇ ਅੰਗਰੇਜ਼ੀ ਦੋਵੇਂ ਲੈਂਗੁਏਜ ਹੈਗੀਆਂ ਤੇ PDF ਜਿਹੜੀ ਤੁਹਾਨੂੰ ਮਿਲੂਗੀ ਉਹ ਵੀ ਦੋਨੇ ਲੈਂਗੁਏਜਸ ਦੇ ਵਿੱਚ ਮਿਲੂਗੀ। ਸਾਰੀ ਥਿਉਰੀ ਦੀ ਕਲਾਸਾਂ ਹੈਗੀਆਂ, ਇਸ ਤੋਂ ਇਲਾਵਾ ਇੱਕ PDF ਮਿਲੂਗੀ ਜਿਹਦੇ 'ਚ 1052 ਪ੍ਰੈਕਟਿਸ MCQ ਹੈਗੇ ਆ, ਉਹਨਾਂ ਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਇਸ ਤੋਂ ਇਲਾਵਾ 150 ਕੁਐਸਚਨਾਂ ਦੀ ਪ੍ਰੈਕਟਿਸ ਵੀ ਕਰਾਈ ਹੋਈ ਹੈ ਤੇ ਆਨਲਾਈਨ ਕੁਇਜ਼ ਹੈਗੀਆਂ, 10 ਟੈਸਟ ਪਏ ਆ, ਸਾਰਾ ਕੁਝ ਹੈ ਬਾਈ। ਮਤਲਬ ਕੰਪਲੀਟ ਪੋਲਿਟੀ ਹੈ, ਇਸ ਤੋਂ ਬਾਹਰ ਪੋਲਿਟੀ ਪੜ੍ਹਨ ਦੀ ਲੋੜ ਹੀ ਨਹੀਂ। ਤੇ ਬੈਚ ਸਿਰਫ ਔਰ ਸਿਰਫ 200 ਜਾਂ 250 ਰੁਪਏ ਦਾ ਹੈਗਾ ਐਪ ਦੇ ਵਿੱਚ, ਠੀਕ ਹੈ। ਇਸ ਤੋਂ ਮਹਿੰਗਾ ਜੇ ਹੋਇਆ ਮੈਨੂੰ ਕਾਲ ਕਰ ਲਿਓ, ਮੈਨੂੰ ਮੈਸੇਜ ਕਰ ਲਿਓ, ਮੈਂ ਉਹਨੇ 'ਚ ਤੁਹਾਡਾ ਅਰੇਂਜ ਕਰਾ ਦੂੰਗਾ 200-250 'ਚ, ਠੀਕ ਹੈ। ਨੈਕਸਟ ਆ ਜਾਓ। ਹਾਂਜੀ, ਭੋਜਨ ਲੜੀ ਦੇ ਕਿਹੜੇ ਪੱਧਰ ਵਿੱਚ? ਮਿਲੀਪੀਡ, ਸਪ੍ਰਿੰਗ ਟੇਲ, ਇਹ ਇੱਕ ਤਰ੍ਹਾਂ ਦੇ ਕੀੜੇ ਮਕੌੜੇ ਹੈ ਸਾਰੇ, ਠੀਕ ਹੈ। ਵੁਡਲਾਈਸ, ਗੋਬਰ ਦੀਆਂ ਮੱਖੀਆਂ, ਝੁੱਗੀਆਂ ਆਦਿ ਸ਼ਾਮਿਲ ਹਨ। ਮਤਲਬ ਇਹ ਸਾਰੇ ਕੀੜੇ ਮਕੌੜੇ ਹੈ, ਠੀਕ ਹੈ, ਜੋ ਕਿ ਮਰ ਰਹੇ ਸੜ ਰਹੇ ਪੌਦਿਆਂ ਜਾਂ ਜਾਨਵਰਾਂ ਨੂੰ ਖਾਂਦੇ ਹਨ। ਜਿਹੜੇ ਕਿ ਪੇੜ ਪੌਦੇ ਹਨਾ ਗਲ ਰਹੇ ਹੈ, ਜਾਂ ਫਿਰ ਕੋਈ ਜਾਨਵਰ ਮਰ ਗਿਆ ਹਨਾ, ਉਹ ਗਲ ਰਿਹਾ ਸੜ ਰਿਹਾ, ਠੀਕ ਹੈ। ਉਹਨਾਂ ਦੇ ਉੱਤੇ ਬਹੁਤ ਤਰ੍ਹਾਂ ਦੇ ਕੀੜੇ ਮਕੌੜੇ ਆ ਜਾਂਦੇ ਆ, ਮੱਖੀਆਂ ਆ ਜਾਂਦੀਆਂ, ਜਿਹੜੀ ਉਹਨੂੰ ਖਾਂਦੀਆਂ ਤੇ ਖਾ ਕੇ ਉਹਨੂੰ ਕੀ ਕਰ ਦਿੰਦੀ ਹੈ? ਖਤਮ ਕਰ ਦਿੰਦਾ। ਉਹ ਸਾਰਾ ਦਾ ਸਾਰਾ ਮਿੱਟੀ ਦੇ ਵਿੱਚ ਰਲ ਜਾਂਦਾ, ਕੰਪੋਜ਼ ਹੋ ਜਾਂਦਾ ਸਾਰਾ ਕੁਝ, ਹਨਾ। ਉਹਨਾਂ ਨੂੰ ਕੀ ਕਿਹਾ ਜਾਂਦਾ? ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਆ? ਤਾਂ ਉਹਨਾਂ ਨੂੰ ਆਪਾਂ ਬੋਲਦੇ ਆ ਬਈ ਡੈਟਰੀਟੋਵੋਰਸ, ਠੀਕ ਹੈ। ਉਹ ਕੌਣ ਹੁੰਦੇ ਆ? ਉਹ ਡੈਟਰੀਟੋਵੋਰਸ ਹੁੰਦੇ ਆ। ਤੇ ਬਾਕੀ ਵਾਲੇ ਕਿਹੜੇ ਆ? ਜਿਵੇਂ ਇਹ ਕਾਰਨੀਵੋਰਸ, ਇਹ ਹੁੰਦੇ ਆ ਮਾਸਾਹਾਰੀ, ਠੀਕ ਹੈ, ਜਿਹੜੇ ਦੂਜੇ ਜਾਨਵਰ ਨੂੰ ਖਾਂਦੇ ਆ, ਮਾਰ ਕੇ ਖਾਂਦੇ ਆ। ਕਾਰਨੀਵੋਰਸ ਸ਼ੇਰ ਸੂਰ ਹੋ ਗਿਆ ਜਿਵੇਂ, ਠੀਕ ਹੈ, ਕਾਰਨੀਵੋਰਸ ਹੋ ਗਿਆ। ਓਮਨੀਵੋਰਸ ਕਿਹੜੇ ਹੁੰਦੇ ਆ ਬਈ? ਜਿਹੜੇ ਸਭ ਕੁਝ ਖਾ ਲੈਂਦੇ ਆ, ਮਤਲਬ ਮਾਸਾਹਾਰੀ ਵੀ ਹੁੰਦੇ ਆ ਤੇ ਸ਼ਾਕਾਹਾਰੀ ਵੀ ਹੁੰਦੇ ਆ, ਠੀਕ ਹੈ। ਇਹ ਓਮਨੀਵੋਰਸ ਹੋ ਗਏ। ਤੇ ਇੱਕ ਹੁੰਦੇ ਆ ਹਰਬੀਵੋਰਸ, ਜਿਹੜੇ ਸਿਰਫ ਔਰ ਸਿਰਫ ਸ਼ਾਕਾਹਾਰੀ ਹੁੰਦੇ ਆ, ਠੀਕ ਹੈ। ਸਮਝਿਓ ਗੱਲ ਨੂੰ। ਨੈਕਸਟ ਆ ਜਾਓ। ਫਰਵਰੀ 2022 ਵਿੱਚ
ਕਿਸ ਨੂੰ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ NCERT ਪਤਾ ਸਾਰਿਆਂ ਨੂੰ ਜਿਹੜੇ ਪੇਪਰਾਂ ਦੀ ਤਿਆਰੀ ਕਰਦੇ ਆ ਉਹਨਾਂ ਤਾਂ ਡੈਫੀਨੇਟਲੀ ਪਤਾ ਹੁੰਦਾ NCERT ਦਾ, ਠੀਕ ਹੈ। NCERT ਦਾ ਡੀਜੀ ਕਿਹਨੂੰ ਬਣਾਇਆ ਗਿਆ ਵੀ, ਡਾਇਰੈਕਟਰ ਕਿਹਨੂੰ ਨਿਯੁਕਤ ਕਰਿਆ ਗਿਆ, ਤਾਂ ਇਹ ਕਰਿਆ ਗਿਆ ਦਿਨੇਸ਼ ਪ੍ਰਸਾਦ ਨੂੰ। ਕਿਹਨੂੰ ਕਰਿਆ ਗਿਆ ਬਈ, ਦਿਨੇਸ਼ ਪ੍ਰਸਾਦ ਨੂੰ ਕਰਿਆ ਗਿਆ ਕਿ NCERT ਦਾ ਡਾਇਰੈਕਟਰ ਨਿਯੁਕਤ ਕਰਿਆ ਗਿਆ, ਠੀਕ ਹੈ, ਸਮਝੋ ਗੱਲ। ਚਲੋ ਫਿਰ ਨੈਕਸਟ ਕੁਐਸਚਨ ਦੇ ਉੱਤੇ, ਨੂਰਾ ਸਿਸਟਰਸ ਭਾਰਤੀ ਸੰਗੀਤ ਦੀ ਹੇਠ ਲਿਖੀ ਸ਼ੈਲੀਆਂ ਵਿੱਚੋਂ ਕਿਸ ਲਈ ਮਸ਼ਹੂਰ ਹਨ? ਤਾਂ ਨੂਰਾ ਸਿਸਟਰਸ ਦੀ ਗੱਲ ਹੋ ਰਹੀ ਹੈ ਬਈ, ਨੂਰਾ ਸਿਸਟਰਸ ਤੇ ਤੁਹਾਨੂੰ ਪਤਾ ਨੂਰਾ ਸਿਸਟਰਸ ਤਾਂ ਆਪਣੇ ਪੰਜਾਬ ਤੋਂ ਹੈਗੀਆਂ। ਕਿਹੜੀ ਸ਼ੈਲੀ ਹੈ ਉਹਨਾਂ ਦੀ ਗਾਣ ਦੇ ਵਿੱਚ? ਸੂਫੀ। ਕਿਹੜੀ ਸੈਲਰੀ ਹੈ? ਸੈਲਰੀ ਕਹਿੰਦਾ ਕਿਹੜੀ ਸ਼ੈਲੀ ਹੈ? ਸੂਫੀ ਸੈਲਰੀ ਹੈ। ਕਿਹੜੀ ਸ਼ੈਲੀ ਹੈ? ਸੂਫੀ ਸ਼ੈਲੀ, ਓਕੇ। ਤੇ ਨੂਰਾ ਸਿਸਟਰਸ ਦੋ ਭੈਣਾਂ ਹੈਗੀਆਂ ਵੀ, ਹਨਾ, ਦੋਹਾਂ ਦੇ ਨਾਮ ਯਾਦ ਹੈ? ਇੱਕ ਤਾਂ ਜੋਤੀ ਹੈ, ਹਨਾ, ਇੱਕ ਦਾ ਨਾਮ ਸੁਲਤਾਨਾ, ਹਾਂ ਦੋਨੇ ਹੈ, ਇੱਕ ਸੁਲਤਾਨਾ ਤੇ ਇੱਕ ਜੋਤੀ, ਦੋਨੇ ਯਾਦ ਰੱਖਣੀ ਹੈ। ਸੁਲਤਾਨਾ ਤੇ ਜੋਤੀ ਹੈਗੀਆਂ ਵੀ ਨੂਰਾ ਸਿਸਟਰਸ, ਸੂਫੀ ਸੰਗੀਤ ਦੇ ਨਾਲ ਜੁੜੀ ਹੋਈ ਹੈ, ਠੀਕ ਹੈ। ਤੇ ਇੱਥੇ ਕਵਾਲੀ ਹੈਗਾ, ਕਵਾਲੀ ਦੇ ਨਾਲ ਤੁਸੀਂ ਬੰਦਾ ਯਾਦ ਰੱਖੋ ਅਮੀਰ ਖੁਸਰੋ। ਕਿਹਾ ਜਾਂਦਾ ਕਿ ਅਮੀਰ ਖੁਸਰੋ ਤੋਂ ਕਵਾਲੀਆਂ ਸ਼ੁਰੂ ਹੋਈਆਂ। ਤੇ ਹਿੰਦੁਸਤਾਨੀ ਕਲਾਸੀਕਲ ਜਿਹੜਾ ਮਿਊਜ਼ਿਕ ਹੈ ਇਹਦਾ ਜਨਕ ਤੁਸੀਂ ਕਹੋ ਤਾਨਸੇਨ ਨੂੰ, ਇਹ ਤਾਨਸੇਨ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ, ਠੀਕ ਹੈ। ਤਾਨਸੇਨ ਹੋ ਗਿਆ, ਅਮੀਰ ਖੁਸਰੋ ਹੋ ਗਿਆ, ਸੂਫੀ ਦੇ ਨਾਲ ਸੰਬੰਧਿਤ ਨੂਰਾ ਸਿਸਟਰ ਹੋਈ ਗਈ। ਗਜ਼ਲ ਤਾਂ ਬਹੁਤ ਪੁਰਾਣੀ ਹੈ, ਛੱਡ ਦੋ ਗਜ਼ਲ ਨੂੰ। ਉਸ ਤੋਂ ਬਾਅਦ ਬਈ ਹੇਠਾਂ ਦਿੱਤੇ ਭਾਰਤੀ ਖਿਡਾਰੀਆਂ ਵਿੱਚੋਂ ਕਿਸ ਨੇ ਪਲਾਇੰਗ ਟੂ ਵਿਨ ਨਾਮ ਦੀ ਆਤਮ ਕਥਾ ਲਿਖੀ ਹੈ? ਪਲਾਇੰਗ ਟੂ ਵਿਨ, ਪਲਾਇੰਗ ਨਹੀਂ ਪਲੇਇੰਗ ਹੈ, ਠੀਕ ਹੈ। ਪਲੇਇੰਗ ਟੂ ਵਿਨ, ਪਲੇਇੰਗ ਟੂ ਵਿਨ ਕਿਹਦੀ ਹੈ? ਪਲੇਇੰਗ ਟੂ ਵਿਨ ਹੈਗੀ ਹੈ ਸਾਇਨਾ ਨੇਹਵਾਲ ਦੀ। ਸਾਇਨਾ ਨੇਹਵਾਲ ਕਿਹੜੀ ਗੇਮ ਖੇਲਦੀ ਹੈ? ਸਾਇਨਾ ਨੇਹਵਾਲ ਖੇਲਦੀ ਹੈ ਬੈਡਮਿੰਟਨ। ਕੀ ਖੇਲਦੀ ਹੈ? ਬੈਡਮਿੰਟਨ, ਬੈਡਮਿੰਟਨ, ਓਕੇ। ਤੇ ਇੱਥੇ ਸਾਨੀਆ ਮਿਰਜ਼ਾ ਵੀ ਹੈਗੀ ਆ ਬਈ। ਸਾਨੀਆ ਮਿਰਜ਼ਾ ਕਿਹੜੀ ਗੇਮ ਨਾਲ ਸੰਬੰਧਿਤ ਹੈ? ਪਤਾ ਤੁਹਾਨੂੰ? ਨਹੀਂ ਪਤਾ ਕਿ ਪਤਾ ਹੈ? ਟੈਨਿਸ ਦੇ ਨਾਲ ਸੰਬੰਧਿਤ ਹੈ। ਕਿਹੜੀ ਗੇਮ ਨਾਲ ਸੰਬੰਧਿਤ ਹੈ? ਟੈਨਿਸ ਨਾਲ। ਪੀਵੀ ਸਿੰਧੂ ਕਿਹੜੀ ਗੇਮ ਖੇਡਦੀ ਹੈ? ਪੀਵੀ ਸਿੰਧੂ ਬੈਡਮਿੰਟਨ ਖੇਡਦੀ ਹੈ। ਕਿਹੜੀ ਗੇਮ ਖੇਡਦੀ ਹੈ? ਬੈਡਮਿੰਟਨ। ਕਰਨਮ ਮਲੇਸ਼ਵਰੀ ਕਿਹੜੀ ਗੇਮ ਨਾਲ ਸੰਬੰਧਿਤ ਨੇ? ਕਰਨਮ ਮਲੇਸ਼ਵਰੀ ਸੰਬੰਧਿਤ ਨੇ ਬਈ ਵੇਟ ਲਿਫਟਿੰਗ ਦੇ ਨਾਲ। ਕਿਹੜੀ ਗੇਮ ਨਾਲ? ਵੇਟ ਲਿਫਟਿੰਗ, ਭਾਰ ਚੱਕਣਾ। ਹੁਣ ਕੁਝ ਪੁਆਇੰਟ ਹੈ ਜਿਹੜੇ ਨੋਟ ਕਰੋ ਇੱਥੇ ਹੀ, ਜਿਹੜੇ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ। ਕਿਹੜੇ ਕਿਹੜੇ ਪੁਆਇੰਟ ਹੈ? ਕਰਨਮ ਮਲੇਸ਼ਵਰੀ ਬਾਰੇ ਯਾਦ ਰੱਖਣਾ ਹੈ, ਇੰਡੀਆ ਦੀ ਪਹਿਲੀ ਮਹਿਲਾ ਹੈਗੀ ਹੈ, ਫਸਟ ਵੂਮੈਨ ਜਾਂ ਫਸਟ ਫੀਮੇਲ, ਜੋ ਵੀ ਤੁਸੀਂ ਲਿਖਣਾ ਹੈ, ਫਸਟ ਫੀਮੇਲ ਲਿਖ ਲਓ। ਫਸਟ ਫੀਮੇਲ ਜਿਨ੍ਹਾਂ ਨੇ ਓਲੰਪਿਕ ਦੇ ਵਿੱਚ ਮੈਡਲ ਜਿੱਤਿਆ। ਓਲੰਪਿਕ ਦੇ ਵਿੱਚ ਕੀ ਜਿੱਤਿਆ ਜੀ? ਮੈਡਲ। ਓਲੰਪਿਕ ਦੇ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕਰਨਮ ਮਲੇਸ਼ਵਰੀ ਹੈ। ਕਿਹੜਾ ਮੈਡਲ ਜਿੱਤਿਆ ਸੀ ਇਹਨਾਂ ਨੇ? ਬ੍ਰੌਂਜ। ਕਿਹੜਾ ਜਿੱਤਿਆ ਸੀ? ਬ੍ਰੌਂਜ। ਤੇ ਗੇਮ ਕਿਹੜੀ ਹੈ ਇਹਨਾਂ ਦੀ? ਗੇਮ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀ, ਵੇਟ ਲਿਫਟਿੰਗ ਹੈ ਜੀ, ਭਾਰ ਤੋਲਣ ਹੈ, ਭਾਰ ਚੱਕਣਾ। ਪਹਿਲਾ ਮੈਡਲ ਇਹਨਾਂ ਨੇ ਜਿੱਤਿਆ ਬ੍ਰੌਂਜ, ਠੀਕ ਹੈ। ਪੀਵੀ ਸਿੰਧੂ ਬਾਰੇ ਯਾਦ ਰੱਖੋ, ਪੀਵੀ ਸਿੰਧੂ ਜਿਹੜੀ ਹੈਗੀ ਹੈ ਪਹਿਲੀ ਮਹਿਲਾ ਹੈਗੀ ਹੈ ਪੰਜਾਬ ਕਹਿੰਦਾ ਭਾਰਤ ਦੀ, ਜਿਨੇ ਓਲੰਪਿਕ ਦੇ ਵਿੱਚ ਸਿਲਵਰ ਮੈਡਲ ਜਿੱਤਿਆ। ਕਿਹੜਾ ਮੈਡਲ ਜਿੱਤਿਆ? ਸਿਲਵਰ। ਬ੍ਰੌਂਜ ਤਾਂ ਕਰਨਮ ਮਲੇਸ਼ਵਰੀ ਹੋ ਗਈ, ਬ੍ਰੌਂਜ ਜਿੱਤਣ ਵਾਲੀ, ਤੇ ਓਲੰਪਿਕ ਦੇ ਵਿੱਚ ਪਹਿਲਾ ਮੈਡਲ ਜਿੱਤਣ ਵਾਲੀ ਵੀ ਕਰਨਮ ਮਲੇਸ਼ਵਰੀ ਹੈ। ਜੇ ਪਹਿਲਾਂ ਬ੍ਰੌਂਜ ਪੁੱਛਣ ਤਾਂ ਵੀ ਕਰਨਮ ਮਲੇਸ਼ਵਰੀ ਹੋਗੀ, ਸਿੰਪਲ ਜੀ ਗੱਲ ਹੈ। ਸਿਲਵਰ ਮੈਡਲ ਯਾਨੀ ਰਜਤ ਪਦਕ, ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਕਿਹੜੀ ਹੈ? ਪੀਵੀ ਸਿੰਧੂ ਹੈ। ਪੀਵੀ ਸਿੰਧੂ। ਤੇ ਚਾਂਦੀ ਤੋਂ ਵੀ ਉੱਪਰ ਕਿਹੜਾ ਹੁੰਦਾ? 골ਡ। ਉਹ ਹਾਲੇ ਤੱਕ ਕਿਸੇ ਵੀ ਭਾਰਤੀ ਮਹਿਲਾ ਨੇ ਨਹੀਂ ਜਿੱਤਿਆ, ਠੀਕ ਹੈ। ਤੇ ਪੀਵੀ ਸਿੰਧੂ ਬਾਰੇ ਯਾਦ ਰੱਖਣਾ ਹੈ, ਓਲੰਪਿਕ ਦੇ ਵਿੱਚ ਇੱਕ ਤੋਂ ਵੱਧ ਮੈਡਲ ਜਿੱਤਣ ਵਾਲੀ ਇਕਲੌਤੀ ਕੌਣ ਹੈ? ਪੀਵੀ ਸਿੰਧੂ ਹੈ। 2 ਮੈਡਲ ਇਹਨਾਂ ਕੋਲ ਹੈਗੇ ਆ, ਬ੍ਰੌਂਜ ਵੀ ਹੈਗਾ ਤੇ ਸਿਲਵਰ ਵੀ ਹੈਗਾ ਆ, ਓਕੇ, ਯਾਦ ਰੱਖਣਾ ਹੈ। ਤੇ ਜੇ ਆਪਾਂ ਮੇਲ ਦੀ ਗੱਲ ਕਰੀਏ, ਪਹਿਲਾ ਮੈਡਲ ਕੇਡੀ ਜਾਦਵ ਨੇ ਜਿੱਤਿਆ, ਪਹਿਲਾ ਸਿਲਵਰ ਮੈਡਲ ਰਾਜਵਰਧਨ ਸਿੰਘ ਰਾਠੌੜ ਨੇ ਜਿੱਤਿਆ, ਪਹਿਲਾ 골ਡ ਮੈਡਲ ਅਭਿਨਵ ਬਿੰਦਰਾ ਨੇ ਜਿੱਤਿਆ, ਠੀਕ ਹੈ। ਤੇ ਦੂਜਾ 골ਡ ਮੈਡਲ ਨੀਰਜ ਚੋਪੜਾ ਹੋ ਗਿਆ। ਬਸ 2 ਹੀ ਬੰਦੇ ਆ ਜਿਨ੍ਹਾਂ ਨੇ 골ਡ ਮੈਡਲ ਜਿੱਤਿਆ। ਨੈਕਸਟ ਆ ਜਾਓ ਬਈ, ਓਕੇ। ਯੋਗ ਸੁੰਦਰ ਦੇਸਾਈ, ਠੀਕ ਹੈ ਜੀ, ਜਿਨ੍ਹਾਂ ਨੇ ਪ੍ਰੀ ਇੰਡੀਪੈਂਡੈਂਸ ਇਰਾ, ਇੱਥੇ ਸੁਤੰਤਰਤਾ ਯੁੱਗ ਨਹੀਂ ਹੈਗਾ, ਪ੍ਰੀ ਸੁਤੰਤਰ ਮਤਲਬ ਉਸ ਤੋਂ ਪਹਿਲਾਂ ਦੀ ਗੱਲ ਹੈ, ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ, ਠੀਕ ਹੈ ਨਾ। ਉਸ ਯੁੱਗ ਦੇ ਵਿੱਚ ਭਾਰਤੀ ਡਾਂਸ ਨੂੰ ਦੁਨੀਆ ਦੇ ਵਿੱਚ ਫੇਮਸ ਕਰਿਆ ਕਿਨੇ? ਯੋਗ ਸੁੰਦਰ ਦੇਸਾਈ ਨੇ। ਕਿਨੇ ਬਈ? ਯੋਗ ਸੁੰਦਰ ਦੇਸਾਈ ਨੇ, ਜਿਨ੍ਹਾਂ ਦਾ ਜਨਮ ਡੇਟ ਯਾਦ ਰੱਖਣ ਦੀ ਲੋੜ ਨਹੀਂ, ਬਸ 1921 ਦੇ ਵਿੱਚ ਹੋਇਆ ਸੀ। ਕਿਉਂ? ਉਹ ਵੀ ਕਿਉਂ ਇੰਪੋਰਟੈਂਟ ਹੈ? ਕਿਉਂਕਿ 2021 ਦੇ ਵਿੱਚ ਇਹਨਾਂ ਦੇ ਬਰਥ ਦੇ ਉੱਤੇ ਕੀ ਮਨਾਇਆ ਸੀ ਗਵਰਨਮੈਂਟ ਨੇ?
ਸੈਲੀਬ੍ਰੇਟ ਕਰਿਆ ਸੀਗਾ, ਠੀਕ ਹੈ ਨਾ। 100 ਸਾਲ ਇਹਨਾਂ ਦੇ ਹੋ ਗਏ ਸੀ, ਬਸ ਉਹ ਇਸ ਕਰਕੇ ਇਹ ਕਰੰਟ ਦੇ ਵਿੱਚ ਕੁਐਸਚਨ ਬਣਿਆ ਸੀ ਤੇ ਪੇਪਰ ਦੇ ਵਿੱਚ ਆਇਆ ਸੀਗਾ। ਤੇ ਮੈਨੂੰ ਉਮੀਦ ਹੈ ਕਿ ਜੇ ਕੁਐਸਚਨ ਥੋੜਾ ਜਿਹਾ ਪਿੱਛੇ ਜਾ ਕੇ ਪੁੱਛਣਾ ਹੋਵੇ, ਕਿਉਂਕਿ 1-2 ਸਾਲ ਪੁਰਾਣੇ ਕਰੰਟ ਫਿਰ ਅੱਜ ਕੱਲ ਟ੍ਰੈਂਡ 'ਚ ਰਹਿੰਦੇ ਆ ਕਿ 2 ਸਾਲ ਪੁਰਾਣੇ ਵੀ ਪੁੱਛ ਲੈਂਦੇ ਆ, ਹਨਾ। ਤਾਂ ਇਸ ਕਰਕੇ ਮੈਂ ਇਹ ਕੁਐਸਚਨ ਪਾਇਆ। ਤੇ ਇੱਕ ਇਹਨਾਂ ਦਾ ਜਨਮ ਕਿੱਥੇ ਹੋਇਆ ਸੀਗਾ ਬਈ? ਗੁਜਰਾਤ ਦੇ ਵਿੱਚ ਹੋਇਆ ਸੀ। ਕਿੱਥੇ ਹੋਇਆ ਸੀ? ਗੁਜਰਾਤ। ਬਸ ਇੰਨਾ ਹੀ ਯਾਦ ਰੱਖਣਾ, ਫालतू ਟੈਨਸ਼ਨ ਲੈਣ ਦੀ ਲੋੜ ਨਹੀਂ ਇਹਦੇ ਬਾਰੇ। ਨੈਕਸਟ ਆ ਜਾਓ। ਬੈਂਕ ਖੇਤੀਬਾੜੀ ਵਿੱਚ ਕਰਜ਼ੇ ਦੀ ਸਹਾਇਤਾ ਲਈ KCC ਜਾਰੀ ਕਰਦੇ ਹਨ। ਕੀ ਜਾਰੀ ਕਰਦੇ ਆ ਬਈ? KCC ਜਾਰੀ ਕਰਦੇ ਆ ਕਿਸਾਨਾਂ ਨੂੰ, ਜਿਨ੍ਹਾਂ ਨੇ ਕੋਈ ਬੀਜ ਵਗੈਰਾ, ਖਾਦ ਵਗੈਰਾ ਲੈਣਾ ਹੁੰਦਾ ਹੈ ਨਾ, ਉਹਨਾਂ ਨੂੰ KCC ਜਾਰੀ ਕਰਦੇ ਆ। KCC ਦਾ ਮਤਲਬ ਕੀ ਹੈ? KCC ਦਾ ਮਤਲਬ ਹੈ ਕਿਸਾਨ ਕ੍ਰੈਡਿਟ ਕਾਰਡ। ਕਿਸਾਨ ਕ੍ਰੈਡਿਟ ਕਾਰਡ ਇਸ਼ੂ ਕਰਿਆ ਜਾਂਦਾ ਬੈਂਕਾਂ ਦੁਆਰਾ ਕਿਸਾਨਾਂ ਵਾਸਤੇ। ਓਕੇ, ਨੈਕਸਟ ਆ ਜਾਓ ਜੀ। ਸੁਰਿੰਦਰਨਾਥ ਬੈਨਰਜੀ ਦੀ ਆਤਮ ਕਥਾ। ਸੁਰਿੰਦਰਨਾਥ ਬੈਨਰਜੀ ਫਰੀडम फाइटर ਆਪਣੇ ਰਹੇ ਹੈ ਤੇ ਇਹਨਾਂ ਨੇ ICS ਵੀ ਐਗਜ਼ਾਮ ਕਲੀਅਰ ਕਰਿਆ ਸੀ। ICS ਮਤਲਬ ਜਿਵੇਂ ਅੱਜ ਕੱਲ UPSC ਹੁੰਦਾ ਹੈ ਨਾ, ਪੇਪਰ ਹੁੰਦਾ ਹੈ, ਤਾਂ ICS ਇਹਨਾਂ ਨੇ ਇੰਡੀਅਨ ਸਿਵਲ ਸਰਵਿਸ ਦਾ ਐਗਜ਼ਾਮ ਕਰੈਕਟ ਕਰਿਆ ਸੀ। ਬਟ ਇਹਨਾਂ ਨੇ ਬਾਅਦ ਦੇ ਵਿੱਚ ਅਸਤੀਫਾ ਦਿੱਤਾ ਸੀਗਾ ਕਿਉਂਕਿ ਇਹਨਾਂ ਦੇ ਨਾਲ ਭੇਦਭਾਵ ਹੁੰਦਾ ਸੀ, ਠੀਕ ਹੈ। ਉਹ ਸਾਰਾ ਕੁਝ ਹੈ। ਤੇ ਇਹਨਾਂ ਦੀ ਬੁੱਕ ਦਾ ਨਾਮ ਹੈਗਾ ਬਈ ਅ ਨੇਸ਼ਨ ਇਨ ਦਾ ਮੇਕਿੰਗ। ਕੀ ਹੈ ਬੁੱਕ ਦਾ ਨਾਮ? ਅ ਨੇਸ਼ਨ ਇਨ ਦਾ ਮੇਕਿੰਗ। ਇਹ ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ। ਹਿੰਦ ਸਵਰਾਜ ਦਾ ਸੰਬੰਧ ਗਾਂਧੀ ਨਾਲ ਹੈ। ਯੰਗ ਇੰਡੀਆ ਦਾ ਸੰਬੰਧ ਵੀ ਗਾਂਧੀ ਦੇ ਨਾਲ ਹੋ ਗਿਆ। ਤੇ ਸੁਰਿੰਦਰਨਾਥ ਬੈਨਰਜੀ ਬਾਰੇ ਯਾਦ ਰੱਖਿਓ, ਇਹਨਾਂ ਨੇ ਇੱਕ ਸੰਸਥਾ ਬਣਾਈ ਸੀ, ਇੰਡੀਅਨ ਐਸੋਸੀਏਸ਼ਨ। ਇੰਡੀਅਨ ਐਸੋਸੀਏਸ਼ਨ ਯਾਦ ਰੱਖਣਾ। ਇੰਡੀਅਨ ਐਸੋਸੀਏਸ਼ਨ ਕਿਹਨੇ ਬਣਾਈ ਹੈ? ਇੰਡੀਅਨ ਐਸੋਸੀਏਸ਼ਨ ਬਣਾਈ ਹੈ ਸੁਰਿੰਦਰਨਾਥ ਬੈਨਰਜੀ ਨੇ। ਕਿੱਥੇ ਬਣਾਈ ਹੈ? ਕਲਕੱਤਾ ਦੇ ਵਿੱਚ ਬਣਾਈ ਹੈ। ਓਕੇ, ਨੈਕਸਟ ਆ ਜਾਓ। ਸਰਕਾਰ ਦੁਆਰਾ ਕਰਜ਼ੇ ਦੀ ਅਦਾਇਗੀ ਡੈਸ਼ ਦੀ ਇੱਕ ਉਦਾਹਰਣ ਹੈ। ਤਾਂ ਜਿਹੜੀ ਆਪਣੀ ਗਵਰਨਮੈਂਟ ਹੈ, ਜੇ ਉਹ ਆਪਣਾ ਲੋਨ, ਕਰਜ਼ਾ ਜਿਹੜਾ ਉਹਨੇ ਲਿਆ ਹੋਇਆ, ਉਹਦੀ ਪੇਮੈਂਟ ਕਰਦੀ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ? ਉਹਨੂੰ ਕੈਪੀਟਲ ਐਕਸਪੈਂਡੀਚਰ ਕਿਹਾ ਜਾਂਦਾ ਹੈ। ਉਹਨੂੰ ਕੀ ਕਿਹਾ ਜਾਂਦਾ ਹੈ? ਉਹਨੂੰ ਕੈਪੀਟਲ ਐਕਸਪੈਂਡੀਚਰ ਕਿਹਾ ਜਾਂਦਾ ਹੈ, ਯਾਦ ਰੱਖਣਾ ਹੈ। ਨੈਕਸਟ, ਹੇਠਾਂ ਲਿਖੇ ਵਿੱਚੋਂ ਕਿਹੜਾ ਰਾਜ ਕਾਲੀਦਾਸ ਸਨਮਾਨ ਜਿਹੜਾ ਹੈਗਾ ਸਾਲਾਨਾ ਪੇਸ਼ ਕਰਦਾ ਹੈ? ਮਤਲਬ ਕਿਹੜੀ ਸਟੇਟ ਹੈ ਜਿਹੜੀ ਕਾਲੀਦਾਸ ਅਵਾਰਡ ਦਿੰਦੀ ਹੈ? ਤਾਂ ਇਹਨੂੰ ਆਪਾਂ ਇੱਕ ਸੀਰੀਜ਼ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ, ਹਨਾ। ਸ਼ਾਇਦ ਸੈਕਿੰਡ ਦੇ ਵਿੱਚ ਕਰਿਆ ਸੀ, ਪਤਾ ਨਹੀਂ ਥਰਡ ਚ ਕਰਿਆ ਸੀ, ਬਟ ਇਦਾਂ ਦਾ ਕੁਐਸਚਨ ਆਪਾਂ ਡਿਸਕਸ ਕਰਿਆ, ਮੈਨੂੰ ਯਾਦ ਹੈ। ਇਹ ਮੱਧ ਪ੍ਰਦੇਸ਼ ਦੀ ਗਵਰਨਮੈਂਟ ਦਿੰਦੀ ਹੈ ਵੀ ਅਵਾਰਡ। ਤੇ ਕਾਲੀਦਾਸ ਅਵਾਰਡ ਦੇ ਨਾਲ ਨਾਲ, ਕਾਲੀਦਾਸ ਸਨਮਾਨ ਦੇ ਨਾਲ ਨਾਲ ਇੱਕ ਕਬੀਰ ਸਨਮਾਨ ਵੀ ਯਾਦ ਰੱਖੋ। ਕਬੀਰ ਹੋ ਗਿਆ, ਆਪਣਾ ਤੁਲਸੀਦਾਸ ਹੋ ਗਿਆ, ਹਨਾ। ਇਹ ਸਾਰੇ ਸਨਮਾਨ ਕੌਣ ਦਿੰਦੇ ਹੈ? ਮੱਧ ਪ੍ਰਦੇਸ਼ ਦੀ ਸਰਕਾਰ ਹੈ ਦਿੰਦੀ ਹੈ, ਹਨਾ। ਤੁਲਸੀਦਾਸ ਸਨਮਾਨ ਵੀ, ਕਬੀਰਦਾਸ ਵੀ, ਕਾਲੀਦਾਸ ਵੀ। ਤੇ ਕਿਹੜੀ ਫੀਲਡ ਦੇ ਵਿੱਚ ਦੇ ਜਾਂਦਾ ਹੈ ਕਾਲੀਦਾਸ ਸਨਮਾਨ? ਕਾਲੀਦਾਸ ਸਨਮਾਨ ਇੱਕ ਤਾਂ ਕਲਾਸੀਕਲ ਡਾਂਸ ਹੋ ਗਿਆ, ਹਨਾ, ਡਾਂਸ ਹੋ ਗਿਆ ਬਈ, ਕਲਾਸੀਕਲ ਮਿਊਜ਼ਿਕ ਹੋ ਗਿਆ, ਇਸ ਤੋਂ ਇਲਾਵਾ ਵਿਜ਼ੂਅਲ ਆਰਟ ਹੋ ਗਿਆ, ਵਿਜ਼ੂਅਲ ਆਰਟ ਹੋ ਗਿਆ, ਡਾਂਸ ਹੋ ਗਿਆ, ਮਿਊਜ਼ਿਕ ਹੋ ਗਿਆ, ਆਰਟ ਹੋ ਗਿਆ। ਇਹ ਫੀਲਡ ਹੈਗੀ ਆ, ਠੀਕ ਹੈ। ਥੀਏਟਰ, ਥੀਏਟਰ ਵੀ ਤਾਂ ਬਹੁਤ ਇੰਪੋਰਟੈਂਟ ਹੈ, ਥੀਏਟਰ ਦੇ ਵਿੱਚ ਵੀ ਦਿਆ ਜਾਂਦਾ ਹੈ। ਥੀਏਟਰ ਹੋ ਗਿਆ, ਵਿਜ਼ੂਅਲ ਆਰਟ ਹੋ ਗਿਆ, ਕਲਾਸੀਕਲ ਡਾਂਸ, ਕਲਾਸੀਕਲ ਮਿਊਜ਼ਿਕ, ਇਹਦੇ ਚ ਦਿਆ ਜਾਂਦਾ। ਕਠਪੁਤਲੀ ਚ ਨਹੀਂ ਦਿਆ ਜਾਂਦਾ, ਹਨਾ। ਇਹ ਕੁਐਸਚਨ ਆਪਾਂ ਨੇ ਡਿਸਕਸ ਕਰਿਆ ਸੀਗਾ। ਕਠਪੁਤਲੀ ਦੇ ਵਿੱਚ ਇੱਕ ਸਨਮਾਨ ਨਹੀਂ ਦਿਆ ਜਾਂਦਾ ਬਈ ਮੱਧ ਪ੍ਰਦੇਸ਼ ਵੱਲੋਂ। ਓਕੇ, ਯਾਦ ਰੱਖਣਾ। ਬਾਕੀ ਤੁਲਸੀਦਾਸ ਤੁਹਾਨੂੰ ਪਤਾ ਹੈ ਵੀ ਸ਼ੇਕਸਪੀਅਰ ਆਫ ਇੰਡੀਆ ਕਿਹਾ ਜਾਂਦਾ ਇਹਨਾਂ ਨੂੰ। ਬਹੁਤ ਸਾਰੀ ਬੁੱਕਸ, ਨੋਵਲਸ, ਬੁੱਕਸ ਇਹਨਾਂ ਦੀ ਹੈਗੀਆਂ, ਜਿਵੇਂ ਕਿ ਮੇਘਦੂਤਮ ਕਾਲੀਦਾਸ ਦੀ ਹੈਗੀ ਹੈ, ਮੇਘਦੂਤਮ ਹੋ ਗਿਆ, ਠੀਕ ਹੈ। ਅਭਿਗਿਆਨ ਸਕੁੰਤਲਮ ਹੋ ਗਿਆ, ਰਘੁਵੰਸ਼ਮ ਹੋ ਗਿਆ, ਮਾਲਵਿਕਾ ਅਗਨੀਮਿੱਤਰਮ ਹੋ ਗਿਆ, ਰਿਤੂ ਸਹਾਰਮ ਹੋ ਗਿਆ। ਇਹ ਸਾਰੀ ਕਿਤਾਬਾਂ ਇਹਨਾਂ ਦੀ ਹੈਗੀਆਂ। ਨੈਕਸਟ ਹੈ ਜੀ, ਹੇਠਾਂ ਦਿੱਤੇ ਵਿੱਚੋਂ ਕਿਸ ਨੇ ਬਲੂ ਅਮਰੇਲਾ ਨਾਵਲ ਲਿਖਿਆ ਹੈ? ਦਾ ਬਲੂ ਅਮਰੇਲਾ, ਤਾਂ ਬਲੂ ਅਮਰੇਲਾ ਦੱਸਣਾ ਹੈ ਬਈ। ਤੇ ਇਹ ਜਿਹਨੇ ਬਲੂ ਅਮਰੇਲਾ ਲਿਖਿਆ, ਇਹ ਵੀ ਉਹਦੀ ਹੀ ਲਿਖੀ ਹੋਈਆਂ। ਹੁੰਦਾ ਕੁਝ ਗੈਸ, ਕੁਝ ਕੋਈ ਨਾ ਇਹਨਾਂ ਚੋਂ ਪਹਿਲਾਂ ਤੁਸੀਂ ਸੁਣਿਆ ਹੋਵੇ, ਤੁਹਾਨੂੰ ਕੋਈ ਯਾਦ ਹੋਵੇ ਵੀ ਹਾਂ ਟੂ ਮਚ ਟਰਬਲ ਬਈ ਇਹਨੇ ਲਿਖੀ ਹੈ, ਜਾਂ ਫਿਰ ਐਂਗਰੀ ਰਿਵਰ ਦਾ ਪਤਾ ਹੋਵੇ। ਐਂਗਰੀ ਰਿਵਰ ਤਾਂ ਬਹੁਤ ਕਾਮਨ ਹੈ, ਕਈ ਵਾਰ ਕੁਐਸਚਨ ਆ ਚੁੱਕੇ। ਰਸਕਿਨ ਬੌਂਡ ਦੀ ਮੈਂ ਗੱਲ ਕਰ ਰਿਹਾ, ਕਿਹਦੀ ਗੱਲ ਕਰ ਰਿਹਾ ਮੈਂ? ਰਸਕਿਨ ਬੌਂਡ। ਹੁਣ ਰਸਕਿਨ ਬੌਂਡ ਨਾ ਤੋਂ ਕਨਫਿਊਜ਼ ਨਹੀਂ ਹੋਣਾ ਕਿ ਇਹ ਕੋਈ ਬਾਹਰ ਦਾ ਵਿਅਕਤੀ ਹੈ, ਇਹ ਆਪਣਾ ਇੰਡੀਅਨ ਹੈ ਬਈ। ਰਸਕਿਨ ਬੌਂਡ ਕੌਣ ਹੈ? ਇੰਡੀਅਨ ਹੀ ਹੈ, ਹਾਂ, ਐਂਗਲੋ ਇੰਡੀਅਨ ਹੈ। ਕੀ ਹੈ? ਐਂਗਲੋ ਇੰਡੀਅਨ ਹੈ, ਠੀਕ ਹੈ। ਤਾਂ ਯਾਦ ਰੱਖਣਾ ਰਸਕਿਨ ਬੌਂਡ, ਬਲੂ ਅਮਰੇਲਾ, ਤੇ ਇਹ ਬੁੱਕਸ ਵੀ ਉਹਨਾਂ ਦੀ ਹੀ ਲਿਖੀ ਹੋਈ ਹੈਗੀਆਂ, ਸਾਰੀ ਦੀ ਸਾਰੀ। ਨੈਕਸਟ ਆ ਜਾਓ। ਗਾਰਡੀਅਨ ਐਂਡ ਵਾਰਡਸ ਜਿਹੜਾ ਐਕਟ ਹੈ ਉਹ ਕਦੋਂ ਪਾਸ ਕਰਿਆ ਗਿਆ ਸੀਗਾ? ਤਾਂ ਗਾਰਡੀਅਨ ਐਂਡ ਵਾਰਡਸ ਐਕਟ 1890। ਬਸ ਇਹਨਾਂ ਬਹੁਤ ਹੈ ਇਹਦੇ ਬਾਰੇ, ਫालतू ਟੈਨਸ਼ਨ ਨਹੀਂ ਲੈਣੀ। ਚਲੋ ਨੈਕਸਟ ਆ ਜਾਓ। ਡੈਸ਼ ਦੀ ਸਥਾਪਨਾ ਭਾਰਤ ਦੀ, ਇਹ ਬਹੁਤ ਵਧੀਆ ਕੁਐਸਚਨ ਹੈ। ਡੈਸ਼ ਦੀ ਸਥਾਪਨਾ ਭਾਰਤ ਦੀਆਂ ਅੱਤਵਾਦ ਵਿਰੋਧੀ ਸਮਰਥਾਵਾਂ, ਜਿਹੜੇ ਵੀ ਆਪਣੀ ਕੈਪੈਸਿਟੀ ਹੈਗੀ ਹੈ ਅੱਤਵਾਦ ਦਾ ਵਿਰੋਧ ਕਰਨ ਵਾਲੀ,
है ना, जिन्नी भी अपनी समर्था हैगी, अपनी जिन्नी भी इंटैलीजेंस एजेंसियां हैगियां जो भी कुछ कर ਸਕਦੀਆਂ आतंकवाद ਨੂੰ ਰੋਕਣ ਵਾਸਤੇ, ਕਾਊਂਟਰ ਟੈਰਰਿਜ਼ਮ ਵਾਸਤੇ, ਉਹਨਾਂ ਦਾ ਸਮਰਥਨ, ਉਹਨਾਂ ਨੂੰ ਮਤਲਬ ਕੀ ਹੈ ਸਪੋਰਟ ਕਰਨ ਵਾਸਤੇ ਇੱਕ ਸੰਸਥਾ ਬਣਾਈ ਗਈ ਸੀ। ਉਹਦਾ ਨਾਂ ਕੀ ਹੈ? ਜਿਹੜੀ ਆਪਣੀ ਚ ਕੈਪੇਬਿਲਿਟੀ ਹੈ, ਆਪਣੀ ਇੰਟੈਲੀਜੈਂਸ ਏਜੰਸੀਆਂ ਹੈਗੀਆਂ ਸਾਰਿਆਂ ਚ ਕੈਪੇਬਿਲਿਟੀ ਹੈ ਕਿ ਉਹ ਕਾਊਂਟਰ ਟੈਰਰਿਜ਼ਮ ਮਤਲਬ ਟੈਰਰਿਜ਼ਮ ਨੂੰ ਕਾਊਂਟਰ ਕਰ ਸਕਦੇ ਆ, ਰੋਕ ਸਕਦੇ ਆ, ਹਨਾ। ਉਹਨਾਂ ਨੂੰ ਸਪੋਰਟ ਕਰਨ ਵਾਸਤੇ ਸਾਡੀ ਜਿਹੜੀ ਏਜੰਸੀਆਂ ਹੈਗੀਆਂ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਇੱਕ ਸੰਸਥਾ ਬਣਾਈ ਗਈ ਸੀ ਜਿਹਨੂੰ ਕਿਹਾ ਜਾਂਦਾ ਹੈ ਨੈਟ ਗ੍ਰਿਡ, ਨੈਸ਼ਨਲ ਇੰਟੈਲੀਜੈਂਸ ਗ੍ਰਿਡ। ਬਹੁਤ ਇੰਪੋਰਟੈਂਟ ਹੈ, ਠੀਕ ਹੈ, ਕਿਉਂਕਿ ਇਹ ਪਲਾਨ, ਇਹ ਮਤਲਬ ਇਹ ਸੰਸਥਾ ਬਣਾਉਣ ਦਾ ਜਿਹੜਾ ਆਈਡੀਆ ਹੈ, ਇਹ ਮੁੰਬਈ ਅਟੈਕ ਜਿਹੜਾ ਹੋਇਆ ਸੀਗਾ ਨਾ 26/11 ਦਾ ਹਮਲਾ ਜਿਹੜਾ ਹੋਇਆ ਸੀ ਕਸਾਬ ਜਿਹਦੇ ਚ ਫੜਿਆ ਗਿਆ ਸੀ ਨਾ, ਉਹ ਉਸ ਤੋਂ ਬਾਅਦ ਇਹ ਆਈਡੀਆ ਆਇਆ ਸੀਗਾ। ਇਹਦੇ ਚ ਪਤਾ ਕੀ ਕਰਿਆ ਹੋਇਆ, ਜਿੰਨੀ ਵੀ ਆਪਣੀ ਇੰਟੈਲੀਜੈਂਸ ਏਜੰਸੀਆਂ ਹੈਗੀਆਂ ਜੋ ਹੋਰ ਵੀ ਮਤਲਬ ਜਿਨ੍ਹਾਂ ਦਾ ਕੰਮ ਹੈਗਾ ਵੀ ਟੈਰਰਿਜ਼ਮ ਨੂੰ ਰੋਕਣਾ, ਬਹੁਤ ਸਾਰੀ ਸੰਸਥਾਵਾਂ ਆਪਣੇ ਦੇਸ਼ 'ਚ ਕੰਮ ਕਰਦੀਆਂ, ਠੀਕ ਹੈ ਨਾ, ਖੂਫੀਆ ਵੀ ਹੈਗੀਆਂ, ਓਪਨਲੀ ਵੀ ਹੈਗੇ, ਸਾਰੀਆਂ ਦਾ ਜਿਹੜਾ ਡਾਟਾਬੇਸ ਹੈ, ਜਿੱਥੇ ਉਹਨਾਂ ਦਾ ਡਾਟਾ ਸਿਕਿਉਰ ਰਹਿੰਦਾ, ਡਾਟਾਬੇਸ ਹੈ ਜਿਹੜਾ ਉਹਨਾਂ ਦਾ, ਸਾਰਾ ਇਨਫੋਰਮੇਸ਼ਨ ਉਹਨਾਂ ਕੋਲ ਹੁੰਦੀ ਹੈ, ਉਹਨਾਂ ਸਾਰੇ ਡਾਟਾਬੇਸਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਦੀ ਹੈ ਨੈਟ ਗ੍ਰਿਡ। ਸਮਝਿਓ ਗੱਲ, ਉਹਨਾਂ ਸਾਰਿਆਂ ਨੂੰ ਆਪਸ ਦੇ ਵਿੱਚ ਕਨੈਕਟ ਕਰਦੇ। ਲਗਭਗ ਅਜਿਹੀ 21 ਸੰਸਥਾਵਾਂ ਹੈਗੀਆਂ ਜਿਹੜੀ ਟੈਰਰਿਜ਼ਮ ਨੂੰ ਰੋਕਣ ਦਾ ਕੰਮ ਕਰਦੀਆਂ ਆਪਣੇ ਦੇਸ਼ ਦੇ ਵਿੱਚ। ਟੈਰਰਿਜ਼ਮ ਤੋਂ ਇਲਾਵਾ ਹੋਰ ਕੰਮ ਵੀ ਕਰਦੀਆਂ ਉਹ, ਬਟ 21 ਅਜਿਹੀ ਸੰਸਥਾਵਾਂ ਦਾ ਡਾਟਾ ਆਪਸ ਦੇ ਵਿੱਚ, ਜਿਹੜਾ ਉਹਨਾਂ ਦਾ ਡਾਟਾ ਬੇਸ ਹੈ, ਸਾਰੇ ਨੂੰ ਆਪਸ ਦੇ ਵਿੱਚ ਕਨੈਕਟ ਕਰਦਾ ਹੈ ਨੈਟ ਗ੍ਰਿਡ। ਓਕੇ, ਨੈਕਸਟ ਆ ਜਾਓ। ਹਾਂਜੀ, ਆਲ ਇੰਡੀਆ ਸਰਵਿਸ ਇਹਨਾਂ ਵਿੱਚੋਂ ਕਿਹੜੀ ਹੈ? ਤੇ ਮੈਂ ਤੁਹਾਨੂੰ ਅਜਿਹਾ ਕੁਐਸਚਨ ਇਹਦੇ ਨਾਲ ਮਿਲਦਾ ਜੁਲਦਾ ਕੁਐਸਚਨ ਪਹਿਲਾਂ ਕਰਾ ਚੁੱਕਿਆ, ਪ੍ਰਤਾਪੀ ਸੀਰੀਜ਼ ਦੇ ਵਿੱਚ ਹੀ ਕਰਾ ਚੁੱਕਿਆ। ਮੈਂ ਕੁਐਸਚਨ ਇਹ ਨਹੀਂ ਕਰਾਣਾ, ਠੀਕ ਹੈ, ਇਹਦੀ ਫालतू ਡਿਟੇਲ ਵੀ ਨਹੀਂ ਮੈਂ ਤੁਹਾਨੂੰ ਕਰਾਂਦਾ ਕਿਉਂਕਿ ਤੁਸੀਂ ਪਹਿਲਾਂ ਕਰ ਚੁੱਕੇ ਹੋ ਤੇ ਇਹਦਾ ਆਨਸਰ ਤੁਸੀਂ ਹੀ ਮੈਨੂੰ ਦੱਸੋਗੇ ਕੁਐਸਚਨ ਨੰਬਰ 23 ਦਾ। ਨੈਕਸਟ, यूनियन पब्लिक सर्विस कमीशन यूपीएससी की गल हो रही है बई, ठीक है। यूपीएससी के चेयरमैन ते मैंबरां दी तनख्वाह, पत्ते, पेंशन समेत सारा खर्चा जो भी है लटरम सटरम सारा किहड़े खजाने चों जांदा है? सारा किहड़े खजाने चों जाऊगा? सेंटर के खजाने चों जाऊगा ना। यूपीएससी तो सेंटर की संस्था होगी, तो सेंटर के खजाने नूं की कहा जाता है? कंसोलीडेटेड फंड ऑफ इंडिया कहा जाता है बई। की कहा जाता है? कंसोलीडेटेड फंड ऑफ इंडिया। ते इहदा आर्टिकल की है? कंसोलीडेटेड फंड ऑफ इंडिया का आर्टिकल की है 266(1). ओके, इस तो इलावा एक अपने कोल हुंदा है कॉन्टीजेंसी फंड, एमरजेंसी फंड जिन्होंने संकटकाली फंड कहा जाता है, जिहदे च गवर्नमेंट कुछ पैसा जिहड़ा अपने कोल फालतू हो जाता है, एक्सट्रा रख दी है कि कल नूं कोई एमरजेंसी वगैरह हो जाए ना तो काम आ जाए अपना, है ना। ये कॉन्टीजेंसी फंड नूं कहा जाता है, मतलब इसका आर्टिकल की है 266(2). की है बई? नहीं सॉरी, ये तो 267 है बई। कॉन्टीजेंसी फंड का की है 267 आर्टिकल है, मैं गलत बोल गया सीगा, सॉरी शक्तिमान, ठीक है। तो 266(2) में जो लिख रहा सी वो किहदा हो गया फिर? ये तो पब्लिक अकाउंट फंड का हुंदा है। इसका आर्टिकल की है 266(2), ठीक है। ये पब्लिक अकाउंट फंड है जिहदे च मतलब जनता की कमाई है जिहड़ी वो रखी हुंदी है। तुहाडा भी तो पैसा जनता का पैसा भी तो सरकार कोल सेव है, किसी का FD के रूप दे विच है, किसी का TDS कटदा है ना, वो सारा कुछ किसी के PF EF जो कटते हैं यार, कंपनी वाले दे, फैक्ट्री वाले दे, सरकारी नौकरी वाले दे, वो सारा कुछ वो तो सरकार कोल ही है ना अपना पैसा। तो एक तरह का पब्लिक अकाउंट फंड हो गया। कंसोलीडेटेड फंड सरकार की कमाई होगी ਉਹਦੇ ਚ ਜਾਂਦਾ है। ਤੇ कॉन्टीजेंसी फंड एमरजेंसी फंड है। जे पर रिस्पोंसिबिलिटी की गल करिए, कंसोलीडेटेड फंड ऑफ इंडिया की रिस्पोंसिबिलिटी किहदे कोल है? पार्लीमेंट कोल है। किहदे कोल है? पार्लीमेंट, संसद कोल है बई। ਇਹਦੀ रिस्पोंसिबिलिटी कॉन्टीजेंसी दी, ਇਹਦੀ अथॉरिटी किहदे कोल है? अथॉरिटी किहदे कोल है? ਇਹਦੀ अथॉरिटी राष्ट्रपति कोल है, प्रेजिडेंट ऑफ इंडिया दे कोल। ते पब्लिक अकाउंट फंड दी ਇਹ एग्जीक्यूटिव कोल हुंदी है। किहदे कोल है? एग्जीक्यूटिव कोल ਇਹਦੀ अथॉरिटी ਜਿਹੜੀ ਉਹ ਹੁੰਦੀ है बई। ओके, नैक्सट ते आ जाओ बई। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਹੈਗਾ ਬਈ ਵਿਸ਼ਾ ਜਿਹਨੂੰ ਰਾਜ ਸੂਚੀ ਤੋਂ ਸਮਕਾਲੀ ਸੂਚੀ ਦੇ ਵਿੱਚ ਕੀ ਕਰਿਆ ਗਿਆ ਸੀਗਾ? ट्रांसफर कराया गया सीगा, ये दसना है तुसीं, ठीक है। ਇਹਦਾ आंसर होगा फिर एजुकेशन। ਇਹਦਾ आंसर की है? ਇਹਦਾ आंसर है एजुकेशन। राज सूची ਤੁਹਾਨੂੰ पता है अपने को 7ਵੀਂ अनुसूची पता ना सारे ਨੂੰ। 7ਵੀਂ अनुसूची ਦੇ ਵਿੱਚ ਕੇਂਦਰ ਅਤੇ ਰਾਜ ਦੀ ਸ਼ਕਤੀਆਂ ਦਾ ਬਟਵਾਰਾ ਕਰਿਆ ਹੋਇਆ 3 ਲਿਸਟਾਂ ਬਣਾ ਕੇ, 3 ਸੂਚੀਆਂ ਬਣਾ ਕੇ, ਇੱਕ ਸੰਘ ਸੂਚੀ, ਇੱਕ ਰਾਜ ਸੂਚੀ ਤੇ ਇੱਕ ਸਮਕਾਲੀ ਸੂਚੀ। ਤੇ 42ਵਾਂ ਸੰਸ਼ੋਧਨ ਜਦੋਂ ਹੋਇਆ ਸੀ 1976 ਦੇ ਵਿੱਚ, ਉਸ ਟਾਈਮ ਕੀ ਕਰਿਆ ਗਿਆ ਸੀਗਾ? 42ਵੇਂ ਸੰਸ਼ੋਧਨ ਦੇ ਤਹਿਤ 1976 ਦੇ ਵਿੱਚ 5 ਵਿਸ਼ੇ ਚੱਕ ਕੇ ਰਾਜ ਤੋਂ ਸਮਕਾਲੀ ਚ ਕਰਤੇ ਸੀ। ਕਿੱਥੇ ਕਰਤੇ ਸੀ? ਸਮਕਾਲੀ ਦੇ ਵਿੱਚ। ਇੱਥੋਂ ਕੱਟ ਕੇ ਇੱਥੋਂ ਕਰਤੇ। ਸਮਕਾਲੀ ਸੂਚੀ ਤੁਹਾਨੂੰ ਪਤਾ ਨਾ, ਉਹ ਵਾਲੀ ਸੂਚੀ ਹੁੰਦੀ ਹੈ ਵੀ ਜਿੱਥੇ ਜਿਹੜੇ ਵਿਸ਼ੇ ਰੱਖੇ ਗਏ ਆ, ਜਿੱਥੇ ਜਿਹੜੇ ਸਬਜੈਕਟ ਰੱਖੇ ਗਏ ਆ,
ਉਹਨਾਂ ਦੇ ਉੱਤੇ ਕਾਨੂੰਨ ਦੋਨੇ ਬਣਾ ਸਕਦੇ ਆ, ਕੇਂਦਰ ਵੀ ਤੇ ਰਾਜ ਵੀ। ਓਕੇ, ਤਾਂ ਸਮਕਾਲੀ ਚ ਕਰਤੇ ਸੀਗੇ। ਉਹਨਾਂ ਦੇ ਵਿੱਚ ਇੱਕ ਐਜੂਕੇਸ਼ਨ ਸੀਗਾ, ਫੋਰੈਸਟ ਸੀਗੇ ਬਈ, ਜਸਟਿਸ ਦਾ ਆਈਡੀਆ ਸੀਗਾ, ਮੇਜਰਮੈਂਟ ਸੀਗਾ ਹਨਾ, ਵੇਟ ਸੀਗਾ, ਤੇ ਇੱਕ ਹੋਰ ਸੀਗਾ ਕਿਹੜਾ, ਵਾਈਲਡ ਲਾਈਫ ਹਨਾ। ਇਹ ਸੀਗੇ 5 ਵਿਸ਼ੇ। ਹਾਂਜੀ, ਕਿਸ ਸੰਸਥਾ ਨੇ ਹੈਪੀ ਸਕੂਲ ਪ੍ਰੋਜੈਕਟ ਸ਼ੁਰੂ ਕੀਤਾ ਹੈ? ਹੈਪੀ ਸਕੂਲ ਪ੍ਰੋਜੈਕਟ ਸ਼ੁਰੂ ਕਰਿਆ ਬਈ, ਆਪਸ਼ਨ ਨੰਬਰ ਸੀ ਆਊਗਾ ਤੁਹਾਡਾ। ਯੂਨੈਸਕੋ ਦੀ ਗੱਲ ਹੋ ਰਹੀ ਹੈ, ਯੂਨੈਸਕੋ, ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ। ਇਹ ਕਿਹਦੀ ਗੱਲ ਹੈ? ਯੂਨੈਸਕੋ ਦੀ। ਤੇ ਯੂਨੈਸਕੋ ਦਾ ਹੈੱਡਕੁਆਟਰ ਕਿੱਥੇ ਹੈ? ਯੂਨੈਸਕੋ ਦਾ ਹੈੱਡਕੁਆਟਰ ਹੈਗਾ ਆ ਕਿੱਥੇ ਹੈ? ਪੈਰਿਸ ਦੇ ਵਿੱਚ। ਕਿੱਥੇ ਹੈ? ਪੈਰਿਸ ਦੇ ਵਿੱਚ ਹੈ। ਤੇ ਯੂਨੈਸਕੋ ਵਾਲਿਆਂ ਦਾ ਉਹ ਜਿਹੜਾ ਹੁੰਦਾ ਹੈ ਹੈੱਡ, ਉਹ ਕੌਣ ਹੈ? ਉਹ ਹੈਗਾ ਬਈ ਐਡਰੋ ਅਜ਼ੋਲੇ ਹਨਾ। ਹਾਂ, ਅਜ਼ੋਲੇ, ਇਹ ਯਾਦ ਰੱਖ ਲਿਓ, ਠੀਕ ਹੈ। ਯੂਨੈਸਕੋ ਵਾਲਿਆਂ ਦਾ ਹੈੱਡਕੁਆਟਰ ਕਿੱਥੇ ਹੈ? ਯੂਨੈਸਕੋ ਵਾਲਿਆਂ ਦਾ ਹੈੱਡਕੁਆਟਰ ਹੈਗਾ ਆ ਪੈਰਿਸ ਦੇ ਵਿੱਚ, ਬਸ ਇੰਨਾ ਯਾਦ ਰੱਖੋ। ਓਕੇ, ਤੇ ਹੈਪੀ ਸਕੂਲ ਪ੍ਰੋਜੈਕਟ ਬਾਰੇ ਮੈਨੂੰ ਕੁਝ ਹੋਰ ਯਾਦ ਆ ਰਿਹਾ ਪੁਆਇੰਟ, ਬਟ ਪੁਆਇੰਟ ਚੋਂ ਸਕਿਪ ਹੋ ਗਿਆ, ਪ੍ਰੋਪਰ ਨਹੀਂ ਮੈਨੂੰ ਸਮਝ ਆ ਰਿਹਾ। ਇੱਕ ਹਾਂ, ਬੈਂਕਾਕ, ਇਹ ਬੈਂਕਾਕ ਯੂਨੈਸਕੋ ਦੀ ਜਿਹੜੀ ਬੈਂਕਾਕ ਬ੍ਰਾਂਚ ਹੈ ਉਹਨੇ ਸ਼ੁਰੂ ਕਰਿਆ ਸੀਗਾ। ਯੂਨੈਸਕੋ ਬੈਂਕਾਕ ਨੇ ਸ਼ੁਰੂ ਕਰਿਆ, ਹੁਣ ਯਾਦ ਆਇਆ, ਠੀਕ ਹੈ। ਚਲੋ, ਰਾਈਟ ਟੂ ਸਪੀਡੀ ਟ੍ਰਾਇਲ, ਸਪੀਡੀ ਟ੍ਰਾਇਲ, ਰਾਈਟ ਟੂ ਸਪੀਡੀ ਟ੍ਰਾਇਲ, ਰਾਈਟ ਟੂ ਸਪੀਡੀ ਟ੍ਰਾਇਲ ਯਾਨੀ ਤੇਜ਼ ਮੁਕੱਦਮੇ ਦਾ ਅਧਿਕਾਰ। ਤੇਜ਼ ਮੁਕੱਦਮੇ ਦਾ ਅਧਿਕਾਰ, ਇਹ ਕੀ ਗੱਲ ਬਣੀ? ਸਪੀਡੀ ਟ੍ਰਾਇਲ ਮਤਲਬ ਜਿਹੜਾ ਮੁਕੱਦਮਾ ਹੈ, ਜਿਹੜਾ ਜੋ ਵੀ ਮਤਲਬ ਟ੍ਰਾਇਲ ਚੱਲਦੇ ਆ ਹਨਾ, ਅਦਾਲਤਾਂ ਦੇ ਵਿੱਚ ਟ੍ਰਾਇਲ ਚੱਲਦੇ ਆ ਜਿਹੜੇ, ਉਹ ਤੇਜ਼ ਹੋਣੇ ਚਾਹੀਦੇ ਆ, ਸਪੀਡ ਦੇ ਵਿੱਚ। ਭਾਰਤ ਦੇ ਸੰਵਿਧਾਨ ਦੇ ਆਰਟੀਕਲ 21 ਦੇ ਤਹਿਤ ਆਂਦਾ ਹੈ, ਤੇ ਇਹ ਕਿਹੜੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੀ ਜਾਂ ਕੋਰਟ ਦੀ ਕੀ ਹੈ ਸਟੇਟਮੈਂਟ ਹੈ, ਜੋ ਵੀ ਹੈ ਹਨਾ। ਪਹਿਲੀ ਗੱਲ ਤਾਂ ਇਹ ਹੈ ਵੀ ਅਜਿਹੇ ਜਿਹੜੇ ਕੁਐਸਚਨ ਹੁੰਦੇ ਆ ਇਹ ਸਿਰਫ ਉਹਨਾਂ ਸਟੂਡੈਂਟਸ ਨੇ ਕਰਨੇ ਆ ਜਿਨ੍ਹਾਂ ਦਾ ਸਬ ਇੰਸਪੈਕਟਰ ਦਾ ਲੈਵਲ ਹੁੰਦਾ ਪੇਪਰ ਦਾ, ਤੇ ਉਹ ਪੇਪਰ TCS ਕੰਡਕਟ ਕਰਦੀ ਹੈ। ਕੌਣ ਕੰਡਕਟ ਕਰਦੀ ਹੈ? TCS, ਬਸ ਉਹਨਾਂ ਨੇ ਹੀ ਕਰਨੇ ਆ। ਇਸ ਤੋਂ ਇਲਾਵਾ ਕੋਈ ਕਾਂਸਟੇਬਲ ਵਾਲਾ ਹੋ ਗਿਆ, ਜਾਂ ਗ੍ਰਾਮ ਸੇਵਕ ਵੀਡੀਓ, ਜਾਂ ਮਤਲਬ ਜਿਹੜੇ SSS ਬੋਰਡ ਪੇਪਰ ਲੈਂਦੀ ਹੈ, ਉਹ ਅਜਿਹੇ ਕੁਐਸਚਨ ਨਾ ਕਰਨ, ਠੀਕ ਹੈ, ਕਿਉਂਕਿ ਆਉਂਦੇ ਨਹੀਂ ਬਈ। ਇਹ ਜਿਹੜੇ ਕਨਸਟੀਟਿਊਸ਼ਨ ਵਾਲੇ ਜਿਹੜੇ ਕੇਸਾਂ ਕੂਸਾਂ ਦੇ ਨਾਲ ਸੰਬੰਧਿਤ ਹੁੰਦੇ ਆ, ਇਹ ਮੈਂ ਸਲਾਹ ਦੇਵਾਂਗਾ ਕਿ ਉਹੀ ਸਟੂਡੈਂਟ ਕਰਨ ਜਿਨ੍ਹਾਂ ਦਾ ਸਬ ਇੰਸਪੈਕਟਰ ਦਾ ਪੇਪਰ ਹੁੰਦਾ ਬਸ। ਬਾਕੀ ਵਾਲੇ ਨੂੰ ਸਕਿਪ ਕਰਕੇ ਚੱਲਣ, ਜ਼ਿਆਦਾ ਕੁਐਸਚਨ ਮੈਂ ਪਾਉਂਦਾ ਵੀ ਨਹੀਂ ਅਜਿਹੇ, ਇੱਕ ਅੱਧਾ ਹੀ ਕੁਐਸਚਨ ਪਾਉਂਦਾ ਹੈ, ਠੀਕ ਹੈ। ਤਾਂ ਇਹ ਜਿਹੜੇ ਮੁਕੱਦਮੇ ਵਾਲੇ ਹੁੰਦੇ ਆ, ਠੀਕ ਹੈ। ਤੁਸੀਂ ਦੇਖਿਆ ਹੋਣਾ ਪੰਜਾਬ ਪੁਲਿਸ ਦੇ ਜਿਹੜੇ ਸਬ ਇੰਸਪੈਕਟਰ ਵਾਲੇ ਪਿਛਲੇ ਪੇਪਰ ਹੋਏ ਸੀ, ਉਹਨਾਂ ਦੇ ਵਿੱਚ TCS ਨੇ ਕਿਹੋ ਜਿਹੇ ਊਟ ਪਟਾਂਗ ਜਿਹੇ ਕੁਐਸਚਨ ਪਾਏ ਆ। ਤਾਂ ਅਜਿਹੇ ਊਟ ਪਟਾਂਗ ਜਿਹੇ ਕੁਐਸਚਨ ਮੈਂ ਹਰ ਵੀਡੀਓ ਦੇ ਵਿੱਚ ਇੱਕ ਦੋ ਪੱਕਾ ਲੈ ਕੇ ਆਇਆ ਕਰੂੰ। ਸਕਿਪ ਵੀ ਕਰ ਸਕਦੇ ਤੁਸੀਂ, ਜੇ ਤੁਹਾਨੂੰ ਯਾਦ ਕਰਨਾ ਯਾਦ ਵੀ ਕਰ ਸਕਦੇ ਹੋ, ਕੋਈ ਚੱਕਰ ਨਹੀਂ, ਠੀਕ ਹੈ। ਤਾਂ ਭਾਰਤ ਦੇ ਸੰਵਿਧਾਨ ਦੇ ਅਨੁਛੇਦ 21 ਦੇ ਹਿੱਸੇ 21 ਦੇ ਵਜੋਂ ਇਹ ਮਾਨਤਾ ਪ੍ਰਾਪਤ ਹੈ ਕਿ ਸਾਨੂੰ ਅਧਿਕਾਰ ਹੈ ਰਾਈਟ ਟੂ ਸਪੀਡੀ ਟ੍ਰਾਇਲ ਦਾ। ਕੀ ਅਧਿਕਾਰ ਹੈ? ਰਾਈਟ ਟੂ ਸਪੀਡੀ ਟ੍ਰਾਇਲ, ਕਿ ਮੁਕੱਦਮੇ ਦੀ ਜਿਹੜੀ ਸੁਣਵਾਈ ਵਗੈਰਾ ਹੈ ਉਹ ਸਪੀਡ ਦੇ ਵਿੱਚ ਚੱਲੇ ਜਾਂ ਤੇਜ਼ ਚੱਲੇ। ਇਹ ਕਿਹੜੇ ਕੇਸ ਦੀ ਗੱਲ ਹੈ? ਇੱਕ ਕੇਸ ਦੀ ਗੱਲ ਹੈਗੀ ਹੈ ਬਿਹਾਰ ਦੇ ਵਿੱਚ ਹੋਇਆ ਸੀ, ਜਿਹੜਾ ਹੁਸੈਨਰਾ ਖਾਤੂਨ ਵਰਸਿਸ ਹੋਮ ਸੈਕਟਰੀ ਆਫ ਸਟੇਟ ਆਫ ਬਿਹਾਰ, ਯਾਦ ਰੱਖਣਾ, ਠੀਕ ਹੈ। ਤੇ ਇਹ ਕਿਹੜੀ ਬੈਂਚ ਸੀਗੀ ਬਈ? ਸੁਪਰੀਮ ਕੋਰਟ ਦੀ। ਇਹ ਬੈਂਚ ਸੀਗੀ PN ਭਗਵਤੀ ਵਾਲੀ, PN ਭਗਵਤੀ ਦੀ ਬੈਂਚ ਸੀਗੀ। ਓਕੇ, ਤੇ ਅਜਿਹੇ ਕੁਐਸਚਨ ਇੱਕ ਅੱਧਾ ਹੀ ਮਿਲਿਆ ਕਰੂਗਾ, ਜ਼ਿਆਦਾ ਨਹੀਂ, ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਤੇ ਇਹ ਵੀ ਸੇਮ ਉਹੀ ਕੁਐਸਚਨ ਹੈ ਜਿਹੜੇ TCS ਦੇ ਪੈਟਰਨ ਹੁੰਦੇ ਆ, ਉਹਦੇ ਅਕੋਰਡਿੰਗ ਹੈਗੇ ਇਹ ਕੁਐਸਚਨ। ਤੇ ਜੇ ਕਰਨੇ ਆ ਕਰ ਸਕਦੇ ਹੋ, ਸਕਿਪ ਕਰਨਾ ਅਜਿਹੇ ਕੁਐਸਚਨਾਂ ਨੂੰ ਕਰ ਦਿਆ ਕਰੋ, ਕੋਈ ਚੱਕਰ ਨਹੀਂ। ਸ਼ਹਿਰੀ ਖੇਤਰ ਵਿੱਚ ਜ਼ਮੀਨ ਗ੍ਰਹਿਣ ਕਰਨ ਦੇ ਦੌਰਾਨ, ਜਾਂ ਅਧਿਗ੍ਰਹਿਣ ਵੀ ਆ ਸਕਦਾ ਹੈ, ਅਧਿਗ੍ਰਹਿਣ ਵੀ ਇੱਥੇ ਲਿਖਿਆ ਹੋ ਸਕਦਾ ਹੈ। ਸ਼ਹਿਰੀ ਖੇਤਰ ਦੇ ਵਿੱਚ ਜ਼ਮੀਨ ਅਧਿਗ੍ਰਹਿਣ ਕਰਨ ਦੇ ਦੌਰਾਨ ਜਿਹੜਾ ਮੁਆਵਜ਼ਾ ਮਿਲਦਾ ਹੈ ਬਈ, ਉਹ ਮੁਆਵਜ਼ੇ ਦੇ ਵਿੱਚ ਸੋਲਟੀਅਮ ਵੀ ਸ਼ਾਮਿਲ ਹੈ। ਸੋਲਟੀਅਮ ਕੀ ਹੁੰਦਾ ਹੈ? ਜਦੋਂ ਜ਼ਮੀਨ ਐਕਵਾਇਰ ਕਰੀ ਜਾਂਦੀ ਹੈ, ਮੁਆਵਜ਼ਾ ਤਾਂ ਮਿਲਦਾ ਹੀ ਮਿਲਦਾ, ਇਸ ਤੋਂ ਇਲਾਵਾ ਕਈ ਵਾਰ ਕੀ ਹੁੰਦਾ ਹੈ, ਬਦਲੇ ਦੇ ਵਿੱਚ ਕੋਈ ਜਗ੍ਹਾ ਵਗੈਰਾ ਕੁਝ ਹੋਰ ਚੀਜ਼ ਮਿਲਦੀ ਹੈ, ਤਾਂ ਉਹ ਸੋਲਟੀਅਮ ਕਹਿੰਦੇ ਆ। ਉਹ ਵੀ ਮਤਲਬ ਮੁਆਵਜ਼ੇ ਦੇ ਵਿੱਚ ਹੀ ਕਾਊਂਟ ਹੁੰਦਾ ਹੈ, ਉਹ ਸਾਰਾ ਕੁਝ ਸ਼ਾਮਿਲ ਹੈ। ਤੇ ਉਹਦਾ ਜਿਹੜਾ ਔਸਤ ਮੁੱਲ ਬਣੂਗਾ ਮੁਆਵਜ਼ੇ ਦਾ ਤੇ ਸੋਲਟੀਅਮ ਦਾ, ਜਿਹੜਾ ਔਸਤ ਮੁੱਲ ਬਣਦਾ ਹੈ, ਉਹ ਜਿਹੜੀ ਰਜਿਸਟਰੀਆਂ ਹੁੰਦੀਆਂ ਉਸ ਏਰੀਏ ਦੀ, ਉਸ ਦੇ ਔਸਤ ਮੁੱਲ ਦਾ ਕਿੰਨਾ ਗੁਣਾ ਹੁੰਦਾ ਹੈ, ਠੀਕ ਹੈ ਨਾ। ਰਜਿਸਟਰਡ ਵਿਕਰੀ ਡਿੱਡਾਂ ਦੇ ਔਸਤ ਮੁੱਲ ਦਾ ਕਿੰਨੇ ਗੁਣਾ ਮਿਲਦਾ ਹੈ, ਮਤਲਬ ਜਦੋਂ ਕੋਈ ਜ਼ਮੀਨ ਵਗੈਰਾ ਐਕਵਾਇਰ ਹੁੰਦੀ ਹੈ ਤੇ ਜੋ ਵੀ ਮੁਆਵਜ਼ਾ ਮਿਲਦਾ ਹੈ, ਉਹ ਪਹਿਲੇ ਜਿਹੜੀ ਰਜਿਸਟਰੀ ਵਿਕਰੀ ਹੋ ਚੁੱਕੀ ਹੈ ਉਸ ਏਰੀਏ ਦੇ ਵਿੱਚ, ਪਹਿਲਾਂ ਕੋਈ ਜ਼ਮੀਨ ਵਗੈਰਾ ਵਿਕੀ ਸੀ, ਉਹਦੀ ਰਜਿਸਟਰੀ ਦੇ ਵਿੱਚ ਜੋ ਵੀ ਉਹਦਾ ਔਸਤ ਮੁੱਲ ਸੀਗਾ, ਉਸ ਤੋਂ ਕਿੰਨੇ ਗੁਣਾ ਮਿਲਦਾ ਹੈ ਮੁਆਵਜ਼ਾ ਵਗੈਰਾ ਜਾਂ ਸੋਲਿਟੀਅਮ ਵਗੈਰਾ ਜੋ ਵੀ ਮਿਲਦਾ, ਕਿੰਨੇ ਗੁਣਾ ਮਿਲਦਾ ਹੈ? ਇਹ 2 ਗੁਣਾ ਮਿਲਦਾ ਹੈ ਬਈ। ਕਿੰਨਾ ਮਿਲਦਾ ਹੈ? 2 ਗੁਣਾ ਮਿਲਦਾ ਹੈ। ਓਕੇ, ਯਾਦ ਰੱਖਣਾ ਹੈ।
ਨੈਕਸਟ ਹੈ ਜੀ ਆਈਐਨਸੀ ਮਤਲਬ ਇੰਡੀਅਨ ਨੈਸ਼ਨਲ ਕਾਂਗਰਸ ਦੀ ਗੱਲ ਹੋ ਰਹੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਤਰਫੋਂ 1927 ਵਿੱਚ ਬ੍ਰਸਲਸ ਦੇ ਵਿੱਚ ਦਬੇ ਕੁਚਲੇ ਰਾਸ਼ਟਰੀ ਨੇਤਾਵਾਂ ਦੀ ਕਾਂਗਰਸ ਵਿੱਚ ਕੌਣ ਸ਼ਾਮਿਲ ਹੋਇਆ ਸੀ? ਦੇਖੋ ਬ੍ਰਸਲਸ ਦੇ ਵਿੱਚ ਨਾ 1927 ਦੇ ਵਿੱਚ, ਇਸ ਕੁਐਸਚਨ ਨੂੰ ਸਮਝੋ, 1927 ਦੇ ਵਿੱਚ ਬ੍ਰੁਸੇਲਸ ਦੇ ਵਿੱਚ ਕੀ ਹੋਇਆ ਸੀ? ਇੱਕ ਕਾਨਫਰੰਸ ਬੁਲਾਈ ਗਈ ਸੀ ਜਿਹਦੇ ਚ ਪੂਰੀ ਦੁਨੀਆ ਦੇ ਜਿੱਥੇ ਮਤਲਬ ਦੂਜਿਆਂ ਨੇ ਮਤਲਬ ਕਬਜ਼ਾ ਕਰਿਆ ਹੋਇਆ, ਕਲੋਨੀਆਂ ਬਣੀ ਹੋਈ, ਜਿਵੇਂ ਆਪਣੇ ਇੰਡੀਆ ਦੇ ਵਿੱਚ ਅੰਗਰੇਜ਼ਾਂ ਨੇ ਕਬਜ਼ਾ ਕਰਿਆ ਹੋਇਆ ਸੀ, ਏਦਾਂ ਹੀ ਕਿਸੇ ਦੇਸ਼ ਦੇ ਵਿੱਚ ਫਰਾਂਸ ਨੇ, ਕਿਸੇ ਦੇਸ਼ ਦੇ ਵਿੱਚ ਪੁਰਤਗਾਲ ਨੇ ਏਦਾਂ ਕਲੋਨੀਆਂ ਬਣਾਈ ਹੋਈਆਂ, ਕਬਜ਼ੇ ਕਰੇ ਹੋਏ ਆ, ਠੀਕ ਹੈ। ਉਹਨਾਂ ਦੇ ਸਾਰੇ ਨੇਤਾ ਜਿਹੜੇ ਸੀਗੇ ਰਾਸ਼ਟਰਵਾਦੀ ਨੇਤਾ ਸੀਗੇ, ਉਹਨਾਂ ਦੀ ਕਾਨਫਰੰਸ ਸੀਗੀ ਇਹ। ਤਾਂ ਇੰਡੀਆ ਦੇ ਵੱਲੋਂ ਕਾਂਗਰਸ ਦੇ ਵੱਲੋਂ ਕੌਣ ਗਿਆ ਸੀ ਇੱਥੇ? ਤਾਂ ਇੱਥੇ ਗਿਆ ਸੀਗਾ ਜਵਾਹਰ ਲਾਲ ਨਹਿਰੂ। ਇੱਥੇ ਕੌਣ ਗਿਆ ਸੀਗਾ ਬਈ? ਜਵਾਹਰ ਲਾਲ ਨਹਿਰੂ। ਤਾਂ ਇਹ ਯਾਦ ਰੱਖਣਾ ਹੈ ਬਈ, ਇਹ ਜਿਹੜੀ ਕਾਨਫਰੰਸ ਹੋਈ ਸੀ ਇਹ ਕਿੱਥੇ ਹੋਈ ਸੀ? ਬ੍ਰੁਸੇਲਸ ਦੇ ਵਿੱਚ ਹੋਈ ਸੀ। ਬ੍ਰੁਸੇਲਸ ਤੇ ਕਿੱਥੇ ਹੈ ਬ੍ਰੁਸੇਲਸ? ਕਿਹੜੀ ਕੰਟਰੀ ਦੇ ਵਿੱਚ ਹੈ ਬ੍ਰੁਸੇਲਸ? ਦੱਸੋਗੇ ਜਰਾ ਕਮੈਂਟ ਕਰਕੇ। ਓਕੇ, ਨੈਕਸਟ ਆਓ ਜੀ। ਭਾਰਤ ਦੇ ਸੰਵਿਧਾਨ ਦੇ ਅਨੁਛੇਦ 48A ਦੇ ਅਨੁਸਾਰ ਰਾਜ ਡੈਸ਼ ਦਾ ਯਤਨ ਕਰੇਗਾ, ਮਤਲਬ ਕੀ ਰਿਸਪੌਂਸਿਬਿਲਟੀ ਹੈ 48A ਦੇ ਅਨੁਸਾਰ ਸਟੇਟ ਦੀ? ਤਾਂ ਦੇਖੋ ਰਾਜ ਦੀ ਬਈ ਪਰਿਆਵਰਣ ਨੂੰ ਬਚਾਉਣ ਦੀ, ਪ੍ਰੋਟੈਕਟ ਕਰਨ ਦੀ, ਇੰਪਰੂਵ ਕਰਨ ਵੀ ਉਹਦੀ ਰਿਸਪੌਂਸਿਬਿਲਟੀ ਹੈ। ਤੇ ਇਸ ਤੋਂ ਇਲਾਵਾ ਜੋ ਵੀ ਆਪਣੀ ਵਾਈਲਡ ਲਾਈਫ ਹੈ ਤੇ ਫੋਰੈਸਟ ਹੈਗੇ ਆ, ਉਹਨਾਂ ਦੀ ਵੀ ਕੀ ਕਰਨੀ ਹੈ? ਸੇਫਗਾਰਡ ਦੇ ਤੌਰ ਤੇ ਮਤਲਬ ਕੰਮ ਕਰਨਾ ਹੈ, ਪ੍ਰੋਟੈਕਟ ਵੀ ਕਰਨਾ, ਸੇਫਗਾਰਡ ਦੇ ਤੌਰ ਤੇ ਕੰਮ ਵੀ ਕਰਨਾ ਹੈ। ਪਰਿਆਵਰਣ ਹੋ ਗਿਆ ਤੇ ਇਹ ਜੰਗਲ ਤੇ ਜੰਗਲੀ ਜੀਵਨ ਹੋ ਗਿਆ, ਦੋਹਾਂ 'ਚ ਫਰਕ ਹੈ, ਠੀਕ ਹੈ। ਤੇ ਇਨਵਾਇਰਨਮੈਂਟ ਨੂੰ ਇੰਪਰੂਵ ਕਰਨ ਦਾ ਵੀ ਕੰਮ ਕਰਨਾ। ਇਹ ਤਿੰਨੇ ਹੋ ਗਏ ਬਈ, A, B ਤੇ C। ਰਾਈਟ ਆਨਸਰ ਕੀ ਹੋ ਗਿਆ ਇਹਦਾ? C ਹੋ ਗਿਆ। ਓਕੇ, ਡੀ ਵਾਲਾ ਨਹੀਂ ਕਿ ਇਨਵਾਇਰਨਮੈਂਟਲ ਏਜੰਸੀਆਂ ਦੇ ਨਾਲ ਮਿਲ ਕੇ ਕੋਆਪਰੇਟ ਕਰਨਾ, ਅਜਿਹਾ ਉਹਦੇ 'ਚ ਨਹੀਂ ਲਿਖਿਆ ਹੋਇਆ, ਠੀਕ ਹੈ। ਲਿਖਿਆ ਹੋਇਆ ਨਹੀਂ ਹੈਗਾ ਪਰ ਆਪਾਂ ਕਰਦੇ ਹਾਂ, ਠੀਕ ਹੈ, ਪਰ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਹੋਇਆ। ਇਹ ਡੀ ਇਹਦਾ ਮਤਲਬ ਉਹ ਨਹੀਂ ਹੋਊਗਾ ਫਿਰ, ਠੀਕ ਹੈ। ਤਾਂ ਇਹ ਤਿੰਨ ਹੈਗੇ ਆ ਬਈ, ਯਾਦ ਰੱਖਣਾ ਹੈ 48A ਦੇ ਅਨੁਸਾਰ। ਤੇ 48A ਕਿਹੜੇ ਭਾਗ ਦੇ ਵਿੱਚ ਹੈ? ਇਹ ਹੈਗਾ ਆ DPSP, ਡਾਇਰੈਕਟਰੀ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਜਿਹੜੀ ਕਿ ਆਪਾਂ ਨੇ ਕਿਹੜੇ ਦੇਸ਼ ਤੋਂ ਲਈਆਂ? ਆਇਰਲੈਂਡ ਤੋਂ ਲਈਆਂ। ਕਿੱਥੋਂ ਲਈਆਂ? ਆਇਰਲੈਂਡ ਤੋਂ। ਭਾਗ ਚੌਥੇ ਦੀ ਗੱਲ ਹੋ ਰਹੀ ਹੈ, ਭਾਗ ਚੌਥੇ ਦੀ। ਸੰਵਿਧਾਨ ਦੇ ਭਾਗ ਚੌਥੇ ਦੇ ਵਿੱਚ ਆਰਟੀਕਲ ਹੈ, ਆਰਟੀਕਲ 48A, ਜਿਹਦੇ ਚ ਲਿਖਿਆ ਹੋਇਆ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਪਰਿਆਵਰਣ ਨੂੰ ਇੰਪਰੂਵ ਕਰਨਾ, ਪਰਿਆਵਰਣ ਨੂੰ ਪ੍ਰੋਟੈਕਟ ਕਰਨਾ ਤੇ ਆਪਣੇ ਜੰਗਲ ਤੇ ਜੰਗਲੀ ਜੀਵਨ ਦੀ ਰੱਖਿਆ ਕਰਨੀ ਹੈ। ਓਕੇ, ਆਈ ਹੋਪ ਤੁਹਾਨੂੰ ਇਹ 30 ਕੁਐਸਚਨ ਹੈ ਜਿਹੜੇ ਵਧੀਆ ਲੱਗੇ ਹੋਣੇ। ਬਹੁਤ ਸਾਰੇ ਨਵੇਂ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੇ ਆ, ਠੀਕ ਹੈ। ਤੇ ਬਾਕੀ ਬਈ ਆਪਣੀ ਐਂਡਰੋਇਡ ਐਪ ਹੈਗੀ ਹੈ, ਡਾਊਨਲੋਡ ਕਰ ਲਿਓ। ਤੇ ਜਿੰਨੇ ਵੀ ਮੈਂ ਸੈੱਟ ਕਰਾਉਂਗਾ, ਪਹਿਲਾਂ 31 ਸੈੱਟਾਂ ਦਾ ਮੈਂ ਟਾਰਗੇਟ ਲਿਆ, 31 ਦੇ 31 ਸੈੱਟਾਂ ਦੀ PDF ਐਪ ਦੇ ਉੱਤੇ ਪਈ ਹੈ, ਚੱਕ ਲਓ, ਠੀਕ ਹੈ। ਉਹਦਾ ਪ੍ਰਿੰਟ ਆਊਟ ਕਢਾ ਲਓ ਤੇ ਜੋ ਵੀ ਮੈਂ ਤੁਹਾਨੂੰ ਕਰਾਂਦਾ ਉਹਦੇ ਚ ਆਨਸਰ ਮਾਰਕ ਕਰੀ ਚੱਲੋ ਤੇ ਨਾਲ ਦੀ ਨਾਲ ਕੀ ਕਰਨਾ, ਜੋ ਵੀ ਐਕਸਟਰਾ ਇਨਫੋਰਮੇਸ਼ਨ ਦੱਸਦਾ ਉਹ ਨੋਟ ਕਰੀ ਜਾਈਓ, ਠੀਕ ਹੈ। ਓਕੇ, ਤੇ ਐਪ ਜਰੂਰ ਡਾਊਨਲੋਡ ਕਰ ਲਓ ਬਾਈ। ਤੇ ਬਾਕੀ ਐਪ ਦੇ ਉੱਤੇ ਇਹ ਕੋਰਸਿਸ ਚੱਲਦੇ ਆ, ਪੰਜਾਬ ਪੁਲਿਸ 2023 ਚੱਲਦਾ ਹੈ। PDF ਦੀ ਗੱਲ ਕਰਦੇ ਆ, PDF ਦੋਨੇ ਭਾਸ਼ਾ ਚ ਮਿਲਦੀ ਹੈ, ਠੀਕ ਹੈ। ਇਹ ਪਟਵਾਰੀ ਦਾ ਬੈਚ ਹੈ, ਇਹ ਇੰਡੀਅਨ ਪੋਲਿਟੀ ਦਾ ਬੈਚ ਹੈ, ਮੈਥ ਦਾ ਸੁਪਰ ਇੰਪੋਰਟੈਂਟ ਬੈਚ ਹੈ ਬਈ, ਮੈਥ ਮੈਜਿਕ ਦੇ ਨਾਂ ਤੋਂ। ਕਨਸੈਪਟ ਤਾਂ ਕਲੀਅਰ ਦੁਨੀਆ ਕਰਾਂਦੀ ਹੈ, ਬਟ ਸਿੱਧੇ ਦੇ ਸਿੱਧੇ ਕੁਐਸਚਨ ਸਾਡੇ ਫਸਦੇ ਆ। ਤਾਂ ਇਹ ਜਰੂਰ ਤੁਸੀਂ ਇੱਕ ਵਾਰ ਚੈੱਕ ਕਰਨਾ, ਜੋ ਵੀ ਕੁਐਸਚਨ ਇਹਦੇ ਚ ਕਰਾਏ ਜਾਂਦੇ ਆ ਉਹ ਕੁਐਸਚਨ ਕਰਨੇ ਆ, ਬਸ ਉਹੀ ਬਹੁਤ ਹੈ। ਜਿੰਨੇ ਹਰ ਇੱਕ ਚੈਪਟਰ ਦੇ ਮੈਥ ਤੇ ਰੀਜਨਿੰਗ ਦੇ ਜਿੰਨੇ ਕੁਐਸਚਨ ਕਰਾਏ ਜਾਂਦੇ ਆ, ਸਿਰਫ ਉਹੀ ਕੁਐਸਚਨ ਕਰਨੇ ਆ। ਤਾਂ ਹੀ ਇਸ ਨੂੰ ਆਪਾਂ ਮੈਜਿਕ ਬੈਚ ਬੋਲਦੇ ਆ। ਸਿੱਧਾ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਮਿਲਦਾ ਹੈ। ਜਿਹਨਾਂ ਬੱਚੇ ਦਾ ਮੈਥ, ਪੰਜਾਬ ਦੇ ਵਿੱਚ ਮੈਥ ਤੁਹਾਨੂੰ ਪਤਾ ਮੈਥ ਬਹੁਤ ਬੱਚੇ ਦਾ ਕਮਜ਼ੋਰ ਹੈ, ਠੀਕ ਹੈ ਨਾ, ਬਿਲਕੁਲ ਜ਼ੀਰੋ ਤੋਂ ਕਰਾਇਆ ਜਾਂਦਾ, ਬਿਲਕੁਲ ਜ਼ੀਰੋ ਤੋਂ। ਤੇ ਇਹ ਪ੍ਰਤਾਪੀ ਬੈਚ ਹੈ ਬਾਈ, ਜਿਹੜੇ ਬੱਚੇ CGL ਵਗੈਰਾ ਨੂੰ ਮਤਲਬ ਪ੍ਰੈਫਰੈਂਸ ਦਿੰਦੇ ਆ, ਸੈਂਟਰ ਦੇ ਵੀ ਪੇਪਰ ਦਿੰਦੇ ਆ, ਉਹ ਪ੍ਰਤਾਪੀ ਬੈਚ ਨਾਲ ਜੁੜ ਸਕਦੇ ਆ। ਤੇ ਬਾਕੀ ਸਾਰੇ ਇਹ ਬੈਚ ਆਪਣੇ ਹੈਗੇ ਆ। ਇਹ GK GS ਮੈਜਿਕ ਬੈਚ ਹੈ, ਜਿਹੜੀ GK ਕਰਾਣੀ ਹੈ ਇਹ ਮੈਂ ਸਾਰੀ ਆਪ ਕਰਾਂਦਾ ਇੱਥੇ ਬੈਚ ਦੇ ਵਿੱਚ, ਉਹ ਵੀ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਤੇ ਇਹ ਆਪਣਾ ਪ੍ਰਮੋਸ਼ਨ ਹੋ ਗਈ। ਤੇ ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ।